ਤੁਸੀਂ ਦੇਖਦੇ ਹੋ ਤਹਿਲਕਾ ਪੰਜਾਬ ਆਵਾਜ਼ ਪੰਜਾਬ ਦੀ। ਮੈਂ ਹਾਂ ਜੱਸੀ ਸੈਣੀ, ਤਹਿਲਕਾ ਪੰਜਾਬ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਸੋ ਦੋਸਤੋ, ਅੱਜ ਸਾਡੇ ਨਾਲ ਨੇ ਬਹੁਤ ਹੀ ਵਧੀਆ ਸ਼ਖਸੀਅਤ, ਜਿਨ੍ਹਾਂ ਦੇ ਰੂਬਰੂ ਤੁਸੀਂ ਪਹਿਲਾਂ ਵੀ ਹੁੰਦੇ ਰਹੇ ਹੋ ਤੇ ਉਹਨਾਂ ਦੇ ਵਿਚਾਰਾਂ ਤੇ ਤੁਸੀਂ ਅਮਲ ਵੀ ਕਰਦੇ ਰਹੇ ਹੋ। ਤੇ ਅੱਜ ਫਿਰ ਮੈਂ ਤੁਹਾਡੇ ਰੂਬਰੂ ਜਸਵਿੰਦਰ ਕੌਰ ਤੇਜੀ ਜੀ, ਜੋ ਕਿ ਸਾਡੇ ਦਰਸ਼ਕਾਂ ਦੇ ਰੂਬਰੂ ਬਹੁਤ ਹੀ ਚੰਗੇ ਵਿਚਾਰ ਲੈ ਕੇ ਹਵਾ ਲਾਉਂਦੇ ਨੇ, ਤੇ ਮੈਂ ਉਹਨਾਂ ਦਾ ਆਪਣੇ ਤਹਿਲਕਾ ਪੰਜਾਬ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਮੈਂ ਸਭ ਤੋਂ ਪਹਿਲਾਂ ਤਾਂ ਤਹਿਲਕਾ ਪੰਜਾਬ ਦੀ ਪੂਰੀ ਟੀਮ ਵੱਲੋਂ ਤੇਜੀ ਜੀ, ਅੱਜ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ, ਤੇ ਮੈਂ ਚਾਹੁੰਦਾ ਹਾਂ ਕਿ ਆਪਾਂ ਆਪਣੇ ਤਹਿਲਕਾ ਪੰਜਾਬ ਦੇ ਜਿੰਨੇ ਵੀ ਦਰਸ਼ਕ ਨੇ ਤੇ ਤਹਿਲਕਾ ਪੰਜਾਬ ਦੀ ਆਪਾਂ ਟੀਮ ਵੱਲੋਂ ਆਪਣੇ ਦਰਸ਼ਕਾਂ ਨੂੰ ਜਿਹੜੇ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਲੱਖ-ਲੱਖ ਵਧਾਈਆਂ ਜਾਂ ਮੁਬਾਰਕਾਂ ਉਹਨਾਂ ਨੂੰ ਦਿੰਦੇ ਹਾਂ, ਤਾਂ ਜੋ ਆਪਣੇ ਘਰਾਂ ਵਿੱਚ ਰਹਿ ਕੇ ਤੁਸੀਂ ਸਿਮਰਨ ਕਰੋ ਗੁਰੂ ਦਾ, ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਸਾਰੀ ਦੁਨੀਆ, ਦੇਸ਼, ਪੰਜਾਬ ਜਾਂ ਜਿੱਥੇ ਵੀ ਸਾਡੇ ਨਾਗਰਿਕ ਜਾਂ ਕੋਈ ਵੀ ਇਨਸਾਨ ਕਿਤੇ ਵਸਦਾ ਆ, ਕੋਈ ਸੜਕ ਤੇ ਜਾਂ ਕਿਤੇ ਘਰਾਂ ਦੇ ਵਿੱਚ, ਉਹ ਸੁਰੱਖਿਅਤ ਰਹਿ ਸਕੇ। ਸਭ ਦਾ ਅਸੀਂ ਭਲਾ ਮੰਗਦੇ ਹਾਂ। ਅੱਜ 6ਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਦੇ ਮੌਕੇ ਤੇ ਸੋ ਦੋਸਤੋ, ਆਪਾਂ ਤੀਜੀ ਗੱਲ ਕਰਦੇ ਹਾਂ ਕਿ ਚਲੋ ਅੱਜ ਪਰਮਾਤਮਾ ਦਾ ਇੱਕ ਦਿਨ ਆ। ਆਪਾਂ ਚਾਹੁੰਦੇ ਕਿ ਹਰ ਜਿਹੜੀ ਸਾਡੀ ਸੰਗਤ ਆ ਉਹ ਘਰਾਂ ਵਿੱਚ ਹੀ ਬਹਿ ਕੇ ਜਿਹੜੀ ਆ ਸਭ ਦੇ ਭਲੇ ਦੀ ਅਰਦਾਸ ਕਰਨ। ਹਾਂਜੀ, ਇਹ ਗੱਲ ਸਹੀ ਆ ਕਿ ਸਾਰਿਆਂ ਨੂੰ ਆਪਣੇ ਘਰ ਬੈਠ ਕੇ ਹੀ ਉਹ ਸਤਿਗੁਰੂ ਦੇ ਨਾਲ ਆਪਣੇ ਜਿਹੜੀ ਅੰਦਰ ਦੀ ਮਨ ਦੀ ਤੰਦ ਆ ਉਹ ਜੋੜ ਕੇ ਰੱਖਣੀ ਚਾਹੀਦੀ ਆ। ਜੀ ਜੀ। ਕਿਉਂਕਿ ਜਿਹਨੂੰ ਵੀ ਰੱਬ ਮਿਲਿਆ ਆਪਣੇ ਅੰਦਰੋਂ ਹੀ ਮਿਲਿਆ। ਜੀ ਜੀ। ਕਿਸੇ ਨੂੰ ਬਾਹਰੋਂ ਰੱਬ ਨਹੀਂ ਮਿਲਦਾ। ਜੀ। ਤੇ ਆਪਣੀ ਅੱਛੀ ਕੁਆਲਿਟੀ ਬਣਾ ਕੇ ਰੱਖੋ, ਆਪਣੀਆਂ ਆਦਤਾਂ ਸਹੀ ਰੱਖੋ। ਜੀ ਜੀ। ਔਰ ਸਾਰਿਆਂ ਦਾ ਭਲਾ ਮੰਗੋ। ਕੋਈ ਜਿੰਨੀ ਵੀ ਵੱਧ ਤੋਂ ਵੱਧ ਹੋ ਸਕੇ ਮਨੁੱਖਤਾ ਦੀ ਸੇਵਾ ਕਰੋ। ਜੀ ਜੀ। ਹਾਂਜੀ। ਤੇ ਇੱਕ ਦੋਸਤੋ, ਆਪਣਾ ਬਹੁਤ ਹੀ ਇੱਕ ਮਾੜਾ ਜਿਹੜਾ ਸਮਾਂ ਸਾਡੇ ਪੰਜਾਬੀਆਂ ਲਈ ਜਿਹੜਾ ਕੋਈ ਮਤਲਬ ਕਿ 6 ਜੂਨ 1984 ਨੂੰ, ਜਿਹਨੂੰ ਕਿ ਆਪਾਂ ਇੱਕ ਨੀਲਾ ਸਾਕਾ ਜਾਂ ਬਲੂ ਸਟਾਰ ਤੌਰ ਤੇ ਜਿਹੜਾ ਅਸੀਂ ਉਹ ਜਿਹੜਾ ਸ਼ਹੀਦ ਸਿੰਘਾਂ ਦੀ ਜਿਹੜੀ ਬਰਸੀ ਆਪਾਂ ਮਨਾਉਂਦੇ ਹਾਂ। ਅੱਜ ਉਹ ਇਸ ਘੱਲੂਘਾਰੇ ਦਿਵਸ ਦੀ 36ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਵਿੱਚ ਇਸ ਦੇ ਜਿਹੜਾ ਆ ਪਾਠਾਂ ਦੇ ਭੋਗ ਪਾਏ ਗਏ ਤੇ ਉਹਨਾਂ ਸਿੰਘ ਜੋ ਸ਼ਹੀਦ ਹੋਏ ਸੀ ਉਹਨਾਂ ਨੂੰ ਯਾਦ ਕੀਤਾ ਗਿਆ। ਤੇ ਮੈਂ ਵੀ ਨਤਮਸਤਕ ਕਰਦਾ ਹਾਂ ਕਿ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਸ ਘੱਲੂਘਾਰੇ ਦੇ ਵਿੱਚ ਆਪਣੀ ਜਾਨ ਜਿਹੜੀ ਆ ਗਵਾਈ ਸੀਗੀ। ਸੋ ਅੱਜ ਜਿਹੜੇ ਅਕਾਲ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜੀ ਜੋ ਨੇ, ਉਹਨਾਂ ਨੇ ਕਿਹਾ ਕਿ ਸਰਕਾਰ ਖਾਲਿਸਤਾਨ ਦੇਵੇ ਤਾਂ ਸਾਨੂੰ ਖੁਸ਼ੀ ਹੋਵੇਗੀ। ਇਹ ਤਾਂ ਚਲੋ ਸਰਕਾਰਾਂ ਕੀ ਡਿਸੀਜਨ ਲੈਂਦੀਆਂ ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਦੇ ਹੱਕ ਵਿੱਚ ਖਾਲਿਸਤਾਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਪਰ ਇਹ ਜੋ ਬਿਆਨ ਸੀਗਾ ਸਾਡੇ ਹਰਪ੍ਰੀਤ ਸਿੰਘ ਗਿਆਨੀ ਜਥੇਦਾਰ ਅਕਾਲ ਤਖਤ ਵੱਲੋਂ ਦਿੱਤਾ ਗਿਆ, ਤੇ ਉਹਨਾਂ ਨੇ ਕਿਹਾ ਕਿ ਹਰ ਸਿੱਖ ਜਿਹੜਾ ਚਾਹੁੰਦਾ ਹੈ ਉਹ ਖਾਲਿਸਤਾਨ। ਚਲੋ ਇਹ ਤਾਂ ਇੱਕ ਸੋਚ ਆ, ਜੇ ਮੰਨਦਾ ਕੋਈ ਪੰਜਾਬੀ ਚਾਹੇ ਦੇਸ਼ 'ਚ ਰਹਿ ਕੇ ਚਾਹੇ ਵਿਦੇਸ਼ 'ਚ ਰਹਿ ਕੇ ਕਿ ਖਾਲਿਸਤਾਨ ਹੋਣਾ ਚਾਹੀਦਾ, ਤੇ ਇਸ ਬਾਰੇ ਤਾਂ ਆਉਣ ਵਾਲੇ ਸਮੇਂ 'ਚ ਜਿਹੜੇ ਸਿੱਟੇ ਸਾਹਮਣੇ ਆਉਣਗੇ ਫਿਰ ਤੁਹਾਡੇ ਰੂਬਰੂ ਕਰਾਂਗੇ ਕਿ ਖਾਲਿਸਤਾਨ ਬਾਰੇ ਹੋ ਕੀ ਖੁਲਾਸੇ ਹੁੰਦੇ ਨੇ। ਪਰ ਇੱਕ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਖਾਲਿਸਤਾਨ ਦੇ ਨਾਅਰੇ ਲਗਾਉਣਾ ਕੋਈ ਗਲਤ ਨਹੀਂ ਹੈ, ਇਹ ਸਗੋਂ ਇੱਕ ਨੌਜਵਾਨਾਂ ਦੇ ਵਿੱਚ ਜੋਸ਼ ਦਾ ਪ੍ਰਗਟਾਵਾ ਕਰਦੀ ਹੈ ਖਾਲਿਸਤਾਨ ਦੇ ਨਾਅਰੇ ਲਾਉਣਾ। ਤੇ ਸਾਕਾ ਨੀਲਾ ਤਾਰਾ ਨੂੰ ਕੋਈ ਵੀ ਸਿੱਖ ਜਿਹੜਾ ਉਹ ਭੁੱਲ ਨਹੀਂ ਸਕਦਾ। ਤੇ ਦੋਸਤੋ, ਚਲੋ ਇਹ ਇੱਕ ਸਮਾਂ ਸੀ ਜਿਹੜਾ ਨਿਕਲ ਗਿਆ, ਪਰ ਆਪਾਂ ਨੂੰ ਚਲੋ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਇਸ ਮਤਲਬ ਕਿ ਘੱਲੂਘਾਰੇ ਦੇ ਵਿੱਚ ਜਿਹੜੀ ਆਪਣੀ ਜਾਨ ਗਵਾਈ। ਤਾਂ ਮੈਂ ਇਹੀ ਚਾਹਾਂਗਾ ਕਿ ਜਿੰਨੇ ਵੀ ਦੇਸ਼ ਵਿਦੇਸ਼ ਵਿੱਚ ਜਿਹੜੀ ਸੰਗਤ ਬੈਠੀ ਆ ਅੱਜ ਦੇ ਨੀਲਾ ਸਾਕਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਰਿਵਾਰਾਂ ਜਾਂ ਜਿਹੜੇ ਹੋਰ ਵੀ ਸਾਡੇ ਪੰਜਾਬੀ ਨੇ ਉਹਨਾਂ ਦੇ ਜਾਂ ਇਸ ਬਿਮਾਰੀ ਦੇ ਨਾਲ ਜੋ ਪੀੜਤ ਨੇ ਉਹਨਾਂ ਦੇ ਭਲੇ ਵਾਸਤੇ ਘਰਾਂ ਵਿੱਚ ਰਹਿ ਕੇ ਇਸ ਸਰਬੱਤ ਦੇ ਭਲੇ ਦੀ ਤੇ ਜੀ ਆਪਾਂ ਅਰਦਾਸ ਕਰਨੀ ਜੀ। ਤੇ ਇੱਕ ਹੁਣ ਆਪਾਂ ਤੁਹਾਡੇ ਰੂਬਰੂ ਕਰਦੇ ਹਾਂ ਦਰਸ਼ਕੋ ਅੱਜ ਦੀ ਪੂਰੇ ਦੇਸ਼ ਦੁਨੀਆ ਤੇ ਪੰਜਾਬ ਦੀ ਕਰੋਨਾ ਦੀ ਅਪਡੇਟ। ਤੇ ਇਹ ਜਿਹੜਾ ਕਿ ਆਪਣੇ ਪੂਰੇ ਵਰਲਡ ਵਿੱਚ ਜਿਹੜਾ ਇਸ ਵੇਲੇ ਆ ਮਰੀਜ਼ਾਂ ਦੀ ਗਿਣਤੀ ਉਹ 70 ਲੱਖ ਦੇ ਜਿਹੜੀ ਤੇਜ਼ੀ ਜੋ ਪਾਰ ਹੋ ਚੁੱਕੀ ਆ, ਤੇ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਉਹ 4 ਲੱਖ ਦੇ ਕਰੀਬ ਹੋ ਚੁੱਕੀ ਹੈ। ਇਸੇ ਤਰ੍ਹਾਂ ਦੋਸਤੋ, ਸਾਡੇ ਜਿਹੜੇ ਭਾਰਤ ਦੇਸ਼ ਵਿੱਚ ਜਿਹੜੀ ਮਰੀਜ਼ਾਂ ਦੀ ਗਿਣਤੀ 2,36,000 ਤੋਂ ਜਿਹੜੀ ਪਾਰ ਹੋ ਚੁੱਕੀ ਹੈ, ਤੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਤੇਜ਼ੀ ਉਹ 6600 ਦਾ ਅੰਕੜਾ ਜਿਹੜਾ ਪਾਰ ਕਰ ਚੁੱਕੀ ਹੈ। ਪਰ ਕਿਤੇ ਨਾ ਕਿਤੇ ਇਹਨਾਂ ਦੇ ਮਰਨ ਵਾਲਿਆਂ ਦੀ ਗਿਣਤੀ ਦੇ ਨਾਲ ਪਰ ਹੁਣ ਜਿਹੜੀ ਮਰੀਜ਼ਾਂ ਦੇ ਵਿੱਚ ਜਿਹੜੀ ਗਿਣਤੀ ਦਾ ਵਾਧਾ ਹੋ ਰਿਹਾ ਤੇਜ਼ੀ ਲਗਾਤਾਰ, ਹੁਣ ਤਾਂ 10,000 ਦਾ ਅੰਕੜਾ ਰੋਜ਼ ਹੀ
ਉਤਪਾਦ ਹੋਣ ਲੱਗ ਪਿਆ। ਕਾਫੀ ਤੇਜ਼ੀ ਨਾਲ ਜਿਹੜਾ ਕਰੋਨਾ ਪੈਰ ਪਸਾਰ ਰਿਹਾ, ਪਰ ਕਿਤੇ ਨਾ ਕਿਤੇ ਇੱਕ ਰਾਹਤ ਭਰੀ ਜਿਹੜੀ ਗੱਲ ਹੈ ਕਿ 1,14,000 ਦੇ ਕਰੀਬ ਜਿਹੜੇ ਮਰੀਜ਼ ਆ ਸਾਡੇ ਦੇਸ਼ ਦੇ ਉਹ ਠੀਕ ਵੀ ਹੋ ਚੁੱਕੇ ਹਨ। ਪਰ ਇੱਕ ਮਾੜੀ ਗੱਲ ਸਾਡੇ ਸਾਹਮਣੇ ਇਹੀ ਆ ਰਹੀ ਹੈ ਕਿ ਲੋਕਡਾਊਨ 1 2 3 4 ਹੁਣ ਅਨਲੌਕ 1 ਚੱਲ ਰਿਹਾ, ਉਹਦੇ ਵਿੱਚ ਜਿਹੜੀ ਮਰੀਜ਼ਾਂ ਦੀ ਵਧਣ ਦੀ ਰਫ਼ਤਾਰ ਆ ਉਹ ਪਹਿਲਾਂ ਨਾਲੋਂ ਕਾਫੀ ਤੇਜ਼ ਹੋ ਚੁੱਕੀ। ਉਹ ਤਾਂ ਕਿਉਂਕਿ ਕੋਈ ਆਪਣਾ ਖਿਆਲ ਨਹੀਂ ਰੱਖਦੇ ਜੀ, ਤਾਂ ਕਰਕੇ ਇੱਕ ਦੂਸਰੇ ਨੂੰ ਛੂਹਣ ਦੇ ਨਾਲ ਹੀ ਤਾਂ ਬਿਮਾਰੀ ਲੱਗਦੀ ਆ। ਜੀ ਜੀ। ਤੇ ਬਾਕੀ ਜਿੱਦਾਂ ਹੁਣ ਆਪਾਂ ਅਲੱਗ-ਅਲੱਗ ਦੇਸ਼ ਤਾਂ ਮੰਗਦੇ ਆ, ਪਰ ਆਪਾਂ ਪਹਿਲਾਂ ਮਨੁੱਖਤਾ ਤਾਂ ਬਚਾ ਲਈਏ। ਜੀ ਜੀ। ਕਿਉਂਕਿ ਮਨੁੱਖਤਾ ਹੀ ਬਚੂਗੀ ਤਾਂ ਦੇਸ਼ ਜਿਹੜੇ ਨਵੇਂ ਬਣੂਗੇ ਜੀ ਜੀ। ਤੇ ਉਹਨਾਂ ਵਿੱਚ ਬਰਕਤ ਬਣੂਗੀ। ਜੀ ਜੀ। ਇਸ ਕਰਕੇ ਮਨੁੱਖਤਾ ਦੀ ਸੇਵਾ ਕਰੋ ਪਹਿਲਾਂ ਤਾਂ, ਜੀ, ਹੈ ਨਾ। ਕਿਉਂਕਿ ਜਿਹੜੀ ਦੁੱਖ ਦੀ ਘੜੀ ਆ ਇਹਦੇ ਵਿੱਚ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਕਦਮ ਸਾਰੇ ਚੁੱਕਣੇ ਪੈਣੇ ਆ। ਜੀ ਜੀ। ਕਿਉਂਕਿ ਇੱਕ ਇਕੱਲਾ ਇਨਸਾਨ ਕੁਛ ਨਹੀਂ ਬਣਾ ਸਕਦਾ। ਇੱਕ ਇਕੱਲਾ ਇਨਸਾਨ ਜਿਹੜਾ ਉਹ ਦੇਸ਼ ਨਹੀਂ ਬਣਾ ਸਕਦਾ। ਜੀ। ਕਿਉਂਕਿ ਦੇਸ਼ ਬਣਾਉਣ ਲਈ ਬਹੁਤ ਸਾਰੇ ਜੀਵਾਂ ਦੀ ਜ਼ਰੂਰਤ ਪੈਂਦੀ ਹੈ। ਜੀ। ਠੀਕ ਹੈ ਨਾ। ਤੇ ਜੇ ਜੀਵ ਤੰਦਰੁਸਤ ਹੋਣਗੇ ਤਾਂ ਇੱਕ ਤੰਦਰੁਸਤ ਦੇਸ਼ ਜਿਹੜਾ ਉਹ ਬਣ ਸਕਦਾ। ਜੀ ਜੀ। ਤੇ ਜੇ ਤੰਦਰੁਸਤੀ ਹੈਗੀ ਤਾਂ ਫਿਰ ਭਾਰਤ ਦੇਸ਼ ਵਿੱਚ ਹੋਰ ਬੱਚੇ ਕਿਹੜੇ ਆ? ਜੀ। ਕਿਉਂਕਿ ਇੰਨੇ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਆਪਣੇ ਕੋਲੋਂ ਰੂਹਾਂ ਵਿਛੜ ਚੁੱਕੀਆਂ ਜਿਹੜੀਆਂ ਕਿ ਕਦੇ ਵੀ ਸਾਨੂੰ ਮਿਲ ਨਹੀਂ ਸਕਦੀ। ਜੀ ਜੀ। ਕੀ ਕਹਿਣ ਦਾ ਮਤਲਬ ਕਿ ਕਿਤੇ ਨਾ ਕਿਤੇ ਅਸੀਂ ਇਹਨੂੰ ਅਣਗੌਲਾ ਨਾ ਕਰੀਏ ਇਸ ਬਿਮਾਰੀ ਨੂੰ, ਕਿਉਂਕਿ ਇਹ ਜਿਹੜੀ ਬਿਮਾਰੀ ਇਸ ਤਰ੍ਹਾਂ ਲਗਾਤਾਰ ਜਿਹੜੇ ਪੈਰ ਆਪਣੇ ਪਸਾਰ ਰਹੀ ਆ। ਸਾਨੂੰ ਚਾਹੀਦਾ ਕਿ ਆਪ ਵੀ ਸੁਰੱਖਿਅਤ ਰਹੀਏ ਤੇ ਦੂਸਰਿਆਂ ਨੂੰ ਵੀ ਸੁਰੱਖਿਅਤ ਰਹਿਣ ਦੀ ਅਪੀਲ ਕਰੀਏ ਤਾਂ ਜੋ ਉਹ ਇਸ ਭਿਆਨਕ ਬਿਮਾਰੀ ਤੋਂ ਬਚ ਸਕਣ। ਜੇ ਕਿਸੇ ਨੂੰ ਪਤਾ ਲੱਗਦਾ ਹੈ ਕਿ ਕਿਤੇ ਕੋਈ ਪੋਜ਼ਿਟਿਵ ਹੈਗਾ ਗਲੀ ਮੁਹੱਲੇ ਵਿੱਚ ਆਪਣੇ ਸ਼ਹਿਰ ਦੇ ਵਿੱਚ, ਤਾਂ ਉਹ ਤੋਂ ਦੂਰੀ ਬਣਾ ਕੇ ਰੱਖੋ। ਜੀ ਜੀ। ਹਾਂਜੀ, ਜੇ ਉਹਨੂੰ ਕੁਆਰੰਟਾਈਨ ਵੀ ਕੀਤਾ ਹੋਇਆ ਹੈ ਨਾ। ਜੀ ਜੀ। ਤੇ ਤਾਂ ਵੀ ਉਹਦੇ ਤੋਂ ਖਿਆਲ ਰੱਖੋ ਕਿ ਉਹਦੀ ਕਿਸੇ ਵੀ ਛੂਹੀ ਹੋਈ ਚੀਜ਼ ਨੂੰ ਸਾਡਾ ਹੱਥ ਨਾ ਲੱਗੇ। ਜੀ ਜੀ। ਤੇ ਇੱਕ ਦੋਸਤੋ ਕੱਲ ਆਪਣੇ ਬਹੁਤ ਹੀ ਮਹਾਨ ਸ਼ਖਸੀਅਤ ਭਗਤ ਕਬੀਰ ਜੀ ਦੀ ਜਿਹੜੀ ਜਯੰਤੀ ਸੀਗੀ ਕੱਲ, ਉਹਦੇ ਦੇਸ਼ ਭਰ ਵਿੱਚ ਮਨਾਈ ਗਈ ਆ। ਤੇ ਮੈਂ ਤੇਜੀ ਜੀ ਉਹਨਾਂ ਦੇ ਇਹ ਸ਼ਬਦਾਂ ਬਾਰੇ ਤੁਹਾਡੇ ਕੋਲ ਥੋੜੇ ਆਪਣੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਬੀਰ ਸਾਹਿਬ ਜੀ ਨੇ ਜੋ ਬਾਣੀ ਧੁਰੋਂ ਲਿਆ ਕੇ ਨਾਰਾਇਣ ਪਾਤਸ਼ਾਹ ਦੇ ਨਾਲ ਮਿਲਾਪ ਕਰਕੇ ਉਹਨਾਂ ਨੇ ਰਾਮ ਨਾਰਾਇਣ ਨੂੰ ਰਾਮ ਕਰਕੇ ਜਪਿਆ। ਜੀ ਜੀ। ਔਰ ਉਹਨਾਂ ਨੇ ਨਾਰਾਇਣ ਦੇ ਨਾਲ ਸੂਖਮ ਸਰੀਰ ਦੇ ਜ਼ਰੀਏ ਮਿਲਾਪ ਕੀਤਾ। ਜੀ ਜੀ। ਤੇ ਉੱਥੋਂ ਜਿਹੜੇ ਵੀ ਬਾਣੀ ਲਿਆ ਕੇ ਸਾਡੇ ਲਈ ਲਿਖੀ ਆ। ਜੀ। ਤੇ ਸਾਡੀ ਆਤਮਾ ਤੇ ਪਰਮਾਤਮਾ ਦੇ ਮਿਲਾਪ ਨੂੰ ਸਾਰੀ ਜਿਹੜੀ ਬਾਣੀ ਆ ਨਾ ਖੋਲਦੀ ਆ। ਜੀ ਜੀ। ਸਾਰੀਆਂ ਵਿਚਾਰਾਂ ਸਾਰੇ ਖੁਲਾਸੇ ਕਰਦੀ ਆ ਕਿ ਆਤਮਾ ਕਿਸ ਤਰ੍ਹਾਂ ਪਰਮਾਤਮਾ ਤੋਂ ਟੁੱਟ ਕੇ ਧਰਤੀ ਤੇ ਆਉਂਦੀ ਆ। ਜੀ ਜੀ। ਤੇ ਫਿਰ ਇੱਥੇ ਆ ਕੇ ਜਿਹਦੇ ਤੋਂ ਟੁੱਟ ਕੇ ਆਉਂਦੀ ਆ ਉਸੇ ਪਰਮਾਤਮਾ ਨੂੰ ਭੁੱਲ ਜਾਂਦੀ ਹੈ। ਜੀ ਜੀ। ਤੇ ਪਰ ਕਬੀਰ ਸਾਹਿਬ ਜੀ ਮਹਾਰਾਜ ਨੇ ਉਹਨਾਂ ਨਾਲ ਜਦੋਂ ਮਿਲਾਪ ਕਰ ਲਿਆ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਜ਼ਰੀਆ ਸੀਗਾ ਉਹ ਬਦਲ ਦਿੱਤਾ। ਜੀ ਜੀ। ਉਹਨਾਂ ਨੇ ਬਸ ਉਨਾ ਹੀ ਕਮਾਉਂਦੇ ਸੀਗੇ ਕਿ ਜਿੰਨੇ ਦੀ ਉਹਨਾਂ ਨੂੰ ਜ਼ਰੂਰਤ ਸੀ। ਵਾਧੂ ਉਹ ਕੁਛ ਨਹੀਂ ਸੀ ਕਮਾਉਂਦੇ, ਨਾ ਵਾਧੂ ਜੋੜਦੇ ਸੀ। ਜੀ। ਔਰ ਜੋ ਵੀ ਉਹ ਕੱਪੜਾ ਬਣਾਉਂਦੇ ਸੀ ਤੇ ਉਹ ਕਹਿੰਦੇ ਸੀ ਮੈਂ ਰਾਮ ਲਈ ਕੱਪੜਾ ਬਣਾ ਲਿਆ, ਕਿਉਂਕਿ ਹਰ ਰੂਪ ਸਰੂਪ ਦੇ ਵਿੱਚ, ਹਰ ਰੂਹ ਦੇ ਅੰਦਰ ਜੀ ਉਹਨਾਂ ਨੂੰ ਨਾਰਾਇਣ ਰਾਮ ਹੀ ਨਜ਼ਰ ਆਉਂਦੇ ਸੀ। ਜੀ ਜੀ। ਕਿਉਂਕਿ ਜਦੋਂ ਇਸ ਤਰ੍ਹਾਂ ਦੀ ਇੱਕ ਇਨਸਾਨ ਦੀ ਅਵਸਥਾ ਬਣ ਜਾਂਦੀ ਹੈ ਕਿ ਉਸਨੂੰ ਚਾਰੇ ਪਾਸੇ ਨਾਰਾਇਣ ਪਰਮਾਤਮਾ ਹੀ ਨਜ਼ਰ ਆਉਂਦਾ। ਜੀ ਜੀ। ਤੇ ਉਹ ਅਸਲ 'ਚ ਉਹ ਆਪ ਨਾਰਾਇਣ ਹੋ ਚੁੱਕੇ ਸੀ। ਜੀ। ਕਿਉਂਕਿ ਉਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਤਾਂ ਕਿ ਉਹ ਨਾਰਾਇਣ ਤੋਂ ਅਲੱਗ ਸੀ। ਜੀ ਜੀ। ਉਹ ਖੁਦ ਉਹਨਾਂ ਦਾ ਸਰੂਪ ਬਣ ਚੁੱਕੇ ਸੀ ਔਰ ਜੋ ਵੀ ਉਹ ਕਮਾਉਂਦੇ ਸੀ ਸਾਰੀ ਮਨੁੱਖਤਾ ਦੀ ਸੇਵਾ ਵਿੱਚ ਲਾਉਂਦੇ ਸੀ, ਕਿਉਂਕਿ ਇਕੱਲੇ ਦੀ ਚਿਹਰੇ ਵਿੱਚ ਉਹਨਾਂ ਨੂੰ ਨਾਰਾਇਣ ਨਜ਼ਰ ਆਉਂਦੇ ਸੀ। ਜੀ ਜੀ। ਤੇ ਉਹਨਾਂ ਦੀ ਤਾਂ ਬਾਣੀ ਜਿਹੜੀ ਹੈ ਜੇ ਆਪਾਂ ਪੜ੍ਹੀਏ ਤਾਂ ਸਾਨੂੰ ਸਾਡੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਕਿ ਅਸੀਂ ਕਿੱਥੇ ਕੁ ਚੱਲ ਰਹੇ ਹਾਂ ਤੇ ਜਿਹੜੀ ਬਾਣੀ ਉਹ ਸਾਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੀ ਹੈ। ਜੀ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਆ ਕਿ ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਹੀਏ ਰਾਮ। ਉਹ ਕਹਿ ਰਹੇ ਕਿ ਕਬੀਰ ਸਾਹਿਬ ਨੇ ਲਿਖਿਆ ਹੈ ਔਰ ਨਾਰਾਇਣ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਨਿਕਲਿਆ ਹੋਇਆ। ਕਬੀਰ ਸਾਹਿਬ ਦੀ ਵਡਿਆਈ ਵਿੱਚ ਉਹਨਾਂ ਨੇ ਸ਼ਬਦ ਲਿਖਿਆ ਹੈ। ਨਾਰਾਇਣ ਜੀ ਦਾ ਲਿਖਿਆ ਹੋਇਆ ਸ਼ਬਦ ਹੈ ਕਿ ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਹੀਏ ਰਾਮ। ਜੀ। ਕਿ ਹੈ ਕਬੀਰ, ਉਹਨਾਂ ਨੇ ਕਬੀਰ ਦੇ ਮੁਖ ਨੂੰ ਕਿਹਾ ਕਿ
ਤੇਰੇ ਮੁਖ ਚੋਂ ਜਿਹੜਾ ਰਾਮ ਰਾਮ ਨਿਕਲਿਆ ਨਾ, ਤੇਰਾ ਮੁਖ ਧੰਨ ਆ ਜੀ। ਇਸੇ ਤਰ੍ਹਾਂ ਜਦੋਂ ਕੋਈ ਵੀ ਰੂਹ ਉਸ ਨਾਰਾਇਣ ਨੂੰ ਰਾਮ ਰਾਮ ਕਰਕੇ ਜਪਦੀ ਆ ਤੇ ਉਹ ਵੀ ਮੁਖ ਜਿਹੜਾ ਧੰਨ ਹੋ ਸਕਦਾ ਜੀ। ਠੀਕ ਹੈ ਜੀ। ਤੇ ਦੇਹੀ ਕਿਸਕੀ ਬਾਪਰੀ ਪੱਤੀ ਤੇ ਹੋਈ ਗੋ ਗ੍ਰਾਮ, ਉਹ ਕਹਿੰਦੇ ਜਿਹੜੀ ਸਰੀਰ ਆ ਇਹ ਤਾਂ ਇੱਥੇ ਹੀ ਰਹਿ ਜਾਣਾ, ਨਾਸ਼ਵਾਨ ਆ ਇਹ ਜੀ ਜੀ। ਪਰ ਜਿਹੜੀ ਆਤਮਾ ਆ ਉਹ ਪਰਮਾਤਮਾ ਦੀ ਉਸ ਵਾਈਬ੍ਰੇਸ਼ਨ ਪ੍ਰਕਾਸ਼ ਵਿੱਚ ਜਾ ਕੇ ਰਲਣੀ ਆ, ਜਿਹਨੂੰ ਅਸੀਂ ਗੁਰ ਕਹਿੰਦੇ ਆ ਜੀ। ਗੁਰ ਹੁੰਦਾ ਸੀਕ੍ਰੇਟ ਜੀ ਜੀ। ਸੀਕ੍ਰੇਟ ਜਿੱਦਾਂ ਹੁਣ ਕਿਸੇ ਚੀਜ਼ ਦਾ ਕੋਈ ਗੁਰ ਆਪਾਂ ਕਿਸੇ ਤੋਂ ਸਿੱਖਣਾ ਹੋਵੇ ਨਾ, ਅਸੀਂ ਇਹ ਕਹਿੰਦੇ ਕਿ ਉਹਦਾ ਸੀਕ੍ਰੇਟ ਸਾਨੂੰ ਮਿਲ ਜਾਏ ਜੀ ਜੀ। ਤੇ ਇਹ ਨਾਰਾਇਣ ਜੀ ਦਾ ਨਾਰਾਇਣ ਦੇ ਵਿੱਚ ਮਿਲਣਾ, ਆਤਮਾ ਨਾਰਾਇਣ ਦੇ ਵਿੱਚ ਮਿਲਣਾ ਆਤਮਾ ਦਾ ਜੀ ਜੀ। ਇਹਦਾ ਸੀਕ੍ਰੇਟ ਜਿਹੜਾ ਉਹ ਬਾਣੀ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਖੋਲਦੀ ਹੈ ਜੀ ਜੀ, ਕਿ ਆਤਮਾ ਕਿੱਦਾਂ ਪਰਮਾਤਮਾ ਤੋਂ ਟੁੱਟਦੀ ਆ ਜੀ। ਫਿਰ ਉਹ ਰਾਮ ਜਪਦੀ ਆ ਜਾਂ ਨਾਰਾਇਣ ਜਪਦੀ ਆ ਜੀ, ਜਾਂ ਏਕ ਓੰਕਾਰ ਵਾਹਿਗੁਰੂ ਜਪਦੀ ਆ ਜੀ, ਜਾਂ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹਾਂਜੀ, ਜੇ ਇਹ ਪੌੜੀ ਵੀ ਜਪਦੀ ਆ ਜੀ ਜੀ। ਤੇ ਪੌੜੀ ਜਪਦਿਆਂ ਵੀ ਸਾਨੂੰ ਇਹ ਡੈਸਟਨੀ ਹੋਣੀ ਚਾਹੀਦੀ, ਅੰਦਰੋਂ ਸੇਧ ਹੋਣੀ ਚਾਹੀਦੀ ਆ ਕਿ ਇਹ ਅਕਾਲ ਮੂਰਤ ਨਾਰਾਇਣ ਜੀ ਨੂੰ ਸਮਰਪਿਤ ਆ ਪੌੜੀ ਜੀ ਜੀ। ਔਰ ਅਸੀਂ ਜਿਹਨੂੰ ਪੜ ਰਹੇ ਹਾਂ ਤੇ ਅਸੀਂ ਉਹਨਾਂ ਦੀ ਵਡਿਆਈ ਕਰ ਰਹੇ ਹਾਂ। ਵਡਿਆਈ ਦਾ ਮਤਲਬ ਸ਼ੋਭਾ ਜੀ, ਤੇ ਵਡਿਆਈ ਦਾ ਮਤਲਬ ਕਹਿ ਸਕਦੇ ਕਿ ਉਹਨਾਂ ਤੋਂ ਸਾਰੀਆਂ ਆਤਮਾ ਵੱਡ ਹੋ ਕੇ ਆਈਆਂ ਹੋਈਆਂ ਜੀ ਜੀ। ਵੱਡ ਆਈ, ਉਸ ਤੋਂ ਵੱਡ ਹੋ ਕੇ ਆਈ ਜੀ ਜੀ। ਔਰ ਹਰ ਆਤਮਾ ਨਾਰਾਇਣ ਦਾ ਸਰੂਪ ਜੀ ਜੀ ਤੋਂ ਵੱਡ ਹੋ ਕੇ ਆਈ ਜੀ। ਤੇ ਇਹ ਸਾਰੀ ਵੱਡ ਆਈ ਉਸ ਨਾਰਾਇਣ ਪਰਮਾਤਮਾ ਦੀ ਆ ਜੀ ਜੀ। ਹਾਂਜੀ। ਸੋ ਦੋਸਤੋ, ਮੈਨੂੰ ਯਕੀਨ ਹੈ ਕਿ ਤੁਹਾਨੂੰ ਜਿਹੜਾ ਕਬੀਰ ਜਯੰਤੀ ਦੇ ਸੰਬੰਧ ਵਿੱਚ ਜੋ ਮੁਖਾਰਬਿੰਦ ਸ਼ਬਦ ਤੇਜੀ ਹੋਣਾ ਨੇ ਤੁਹਾਨੂੰ ਰੂਬਰੂ ਕਰਾਏ ਨੇ, ਮੈਨੂੰ ਯਕੀਨ ਹੈ ਕਿ ਤੁਹਾਡੀ ਜ਼ਰੂਰ ਸੰਤੁਸ਼ਟੀ, ਮਨ ਦੀ ਸੰਤੁਸ਼ਟੀ ਜਿਹੜੀ ਤੁਹਾਡੀ ਜ਼ਰੂਰ ਹੋਈ ਹੋਵੇਗੀ। ਤੇ ਦੋਸਤੋ, ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੰਕੜਾ ਮਰੀਜ਼ਾਂ ਦਾ ਤੇਜ਼ੀ 2500 ਤੋਂ ਪਾਰ ਹੋ ਚੁੱਕਾ ਹੈ। ਤੇ ਦੂਸਰਾ, ਜਿਹੜੀ ਮਰਨ ਵਾਲਿਆਂ ਦੀ ਗਿਣਤੀ ਆ ਉਹ 50 ਤੋਂ ਪਾਰ ਹੋ ਚੁੱਕੀ ਆ। ਕਿਤੇ ਨਾ ਕਿਤੇ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ 50 ਨਵੇਂ ਮਾਮਲੇ ਜਿਹੜੇ ਤੇਜ਼ੀ ਸਾਹਮਣੇ ਆ ਚੁੱਕੇ ਨੇ। ਪਰ ਜਿਹੜੇ ਪੂਰੇ ਦੇਸ਼ ਦੇ ਵਿੱਚ ਆਪਾਂ ਲਾ ਲਈਏ ਤੇ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਆ ਉਹ 350 ਦੇ ਜਿਹੜੀ ਕਰੀਬ ਪਹੁੰਚ ਚੁੱਕੀ ਆ। ਮਤਲਬ ਕਿ 24 ਘੰਟਿਆਂ ਦੇ ਵਿੱਚ ਯਾਨੀ ਦਿਨ ਪਰ ਦਿਨ ਜਿਹੜੀ ਮੌਤਾਂ ਦੀ ਗਿਣਤੀ ਵੀ ਆ ਉਹ ਵੀ ਵੱਧਦੀ ਜਾ ਰਹੀ ਹੈ। ਤੇ ਜਿਹੜੀ ਮਰੀਜ਼ਾਂ ਦੀ ਗਿਣਤੀ ਉਹ 10,000 ਦਾ ਅੰਕੜਾ ਤੋਂ ਪਹਿਲਾਂ ਕਿਤੇ ਨਾ ਕਿਤੇ ਜਦੋਂ ਰੂਹਾਂ ਆਪਣਾ ਖਿਆਲ ਨਹੀਂ ਰੱਖ ਪਾਉਂਦੀਆਂ ਜੀ ਜੀ। ਜਿੰਨਾ ਵੀ ਦੇਖੋ ਸਾਰੀ ਦੁਨੀਆ ਲੱਗੀ ਹੋਈ ਆ ਸਮਝਾਉਣ ਵਾਸਤੇ ਜੀ ਜੀ, ਪਰ ਇਹ ਰਿਜ਼ਕ ਰੋਟੀ ਦੇ ਵਿੱਚ ਉਲਝਿਆ ਹੋਇਆ ਕਦੀ ਇਨਸਾਨ ਨੂੰ ਨਹੀਂ ਪਤਾ ਲੱਗ ਸਕਦਾ। ਤੇ ਇਹ ਆਪਾਂ ਇਹ ਵੀ ਕਹਿ ਸਕਦੇ ਕਿਤੇ ਨਾ ਕਿਤੇ ਕਿ ਜਿਸ ਤਰ੍ਹਾਂ ਕਿ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਹਾਂਜੀ, ਠੀਕ ਹੈ ਜੀ। ਤੇ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਵੱਲੋਂ ਜਿੱਦਾਂ ਰਾਹੁਲ ਗਾਂਧੀ ਜੀ ਨੇ ਇੱਕ ਬਿਆਨ ਜਰੀਏ ਕਿਹਾ ਕਿ ਕਿਤੇ ਨਾ ਕਿਤੇ ਇਹ ਜਿਹੜਾ ਲੋਕਡਾਊਨ ਆ ਇਹ ਫੇਲ ਜਿਹੜਾ ਆ ਕਿ ਭਾਰਤ ਦੇ ਵਿੱਚ ਗਿਣਿਆ ਗਿਆ, ਜਿਹੜਾ ਕਿ ਮਰੀਜ਼ਾਂ ਦੀ ਗਿਣਤੀ ਜਿਹੜੀ ਵਿੱਚ ਜਿਹੜਾ ਵਾਧਾ ਹੋ ਗਿਆ। ਨਹੀਂ, ਇਹ ਤਾਂ ਉਲਟੇ ਸਿੱਧੇ ਬਿਆਨ, ਬੋਲਾਂ ਦੇ ਬਿਆਨ ਆ, ਕਿਉਂਕਿ ਬੋਲਾਂ ਦੇ ਬਿਆਨ ਕਿਸੇ ਦਾ ਢਿੱਡ ਨਹੀਂ ਭਰਦੇ ਜੀ ਜੀ। ਹਾਂ, ਜੇ ਰਾਹੁਲ ਗਾਂਧੀ ਜੀ ਨੂੰ ਲੱਗਦਾ ਹੈ ਕਿ ਮੋਦੀ ਜੀ ਨੇ ਗਲਤ ਕੰਮ ਕੀਤਾ ਲੋਕਡਾਊਨ ਖੋਲ ਕੇ, ਫਿਰ ਤਾਂ ਰਾਹੁਲ ਗਾਂਧੀ ਨੂੰ ਹੀ ਚਾਹੀਦਾ ਕਿ 10-20 ਗੱਡੀਆਂ 'ਚ ਰਾਸ਼ਨ ਭਰ ਕੇ ਤੇ ਪਿੰਡਾਂ ਵਿੱਚ ਜਾਵੇ ਤੇ 3-6 ਮਹੀਨਿਆਂ ਦਾ ਰਾਸ਼ਨ ਪਾਇਆ ਜੀ। ਪਰ ਇੱਕ ਤੇਜੀ ਆਪਣੀ ਇਹ ਵੀ ਗੱਲ ਕਿ ਦੇਸ਼ ਇਸ ਵੇਲੇ ਜਿਹੜੇ ਆਰਥਿਕ ਮੰਦੀ ਦੀ ਜਿਹੜੀ ਮਾਰ ਬਹੁਤ ਚੱਲ ਰਹੀ ਹੈ, ਦੇਸ਼ ਵਿੱਚ ਲੱਖਾਂ ਕਾਰਖਾਨੇ ਜਿਹੜੇ ਆ ਉਹ ਬੰਦ ਹੋ ਚੁੱਕੇ ਆ ਤੇ ਬੰਦ ਹੋਣ ਦੀ ਕਗਾਰ ਤੇ ਵੀ ਆ। ਤੇ ਇਹਦੇ ਨਾਲ ਕਿਤੇ ਨਾ ਕਿਤੇ ਆਰਥਿਕ ਮੰਦੀ ਜਿਹੜੀ ਪੈਦਾ ਹੋ ਚੁੱਕੀ। ਨਹੀਂ, ਇਹ ਤਾਂ ਚਲੋ ਉਹਦਾ ਜਿਹੜਾ ਅਸਰ ਆ ਸਾਡੇ ਜਿਹੜੇ ਗਰੀਬ ਮਜ਼ਦੂਰ ਆ ਉਹਨਾਂ ਤੇ ਪਿਆ ਆ ਜੀ ਜੀ। ਬਾਕੀ ਜਿਹੜੇ ਕਾਰਖਾਨਿਆਂ ਦੇ ਮਾਲਕ ਆ ਉਹਨਾਂ ਨੇ ਤਾਂ ਲੱਖਾਂ ਕਰੋੜਾਂ ਰੁਪਈਆ ਜੋੜਿਆ ਹੀ ਹੋਇਆ ਜੀ ਜੀ, ਉਹ ਤਾਂ ਆਪਣਾ ਮਜ਼ੇ ਕਰਦੇ ਆ ਜੀ ਜੀ। ਭੁੱਖਾ ਤਾਂ ਜਿਹੜਾ ਗਰੀਬ ਬੰਦਾ ਉਹੀ ਮਰਦਾ ਜਿਹਨੂੰ ਇੱਕ ਮਹੀਨੇ ਦਾ 6,000-8,000 ਮਿਲਦਾ ਸੀ ਜੀ ਜੀ, ਤੇ ਉਹ ਵੀ ਉਹਦੇ 8,000-10,000 ਪੂਰੇ ਮਹੀਨੇ ਦਾ ਜਿਹੜਾ ਖਰਚਾ ਸੀ ਜੀ ਜੀ। ਤੇ ਹੁਣ ਇਹੀ ਦੇਖ ਲਓ ਕਿ ਕਾਰਖਾਨੇ ਆਪਾਂ ਗੱਲ ਕਰਦੇ ਸੀ, ਹੁਣ ਭਾਰਤ ਦੀ ਦੂਸਰੀ ਸਾਈਕਲ ਕੰਪਨੀ ਜਿਹੜੀ ਐਟਲਸ ਸੀਗੀ, ਐਟਲਸ ਸਾਈਕਲ, ਉਹ ਕੰਪਨੀ ਵੀ ਬੰਦ ਹੋ ਚੁੱਕੀ ਹੈ। ਉਹ ਤਾਂ ਫਿਰ ਹੁਣ ਜਦ ਮਜ਼ਦੂਰ ਜਦੋਂ ਕੰਮ ਨਹੀਂ ਕਰ ਰਹੇ ਹਾਲੇ ਤੱਕ ਜੀ ਜੀ, ਤਾਂ ਕਰਕੇ ਫਿਰ ਉਹਨਾਂ ਨੂੰ ਜਿਹੜੇ ਕਾਮਿਆਂ ਦੀ ਲੋੜ ਪੈਂਦੀ ਆ ਤੇ ਕਾਮੇ ਪੂਰੇ ਨਹੀਂ ਹੈਗੇ, ਤਾਂ ਕਰਕੇ ਉਹਨਾਂ ਨੂੰ ਥੋੜੇ ਸਮੇਂ ਲਈ ਤਾਂ ਇਹ ਜਿਹੜੇ ਖਮਿਆਜੇ ਆ ਭੁਗਤਣੇ ਪੈਣੇ ਜੀ ਜੀ। ਤੇ ਇੱਕ ਤੇਜੀ ਚਲੋ ਇੱਕ ਤਾਂ ਇਹ ਆਰਥਿਕ ਮੰਦੀ ਹਰੇਕ ਲੇਬਰ ਜਾਂ ਮਜ਼ਦੂਰ ਤੇ ਪਈ ਆ, ਕਿਤੇ ਨਾ ਕਿਤੇ ਸੰਗੀਤ ਜਗਤ ਵਿੱਚ ਵੀ ਜਿਹੜੀ ਇਸਦੀ ਮਾਰ ਪਈ ਆ।
ਹੁਣ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਗਾਇਕ ਸ਼ਾਮ ਪੰਡੋਰੀ ਵੱਲੋਂ ਕੁਝ ਮਜੀਸ਼ੀਅਨ ਜਾਂ ਕਲਾ ਮੰਚ ਦੇ ਕਲਾਕਾਰਾਂ ਨੂੰ ਜਿਹੜੀ ਆ ਇਹ ਮਾਲੀ ਸਹਾਇਤਾ ਜਿਹੜੀ ਪ੍ਰਦਾਨ ਕੀਤੀ ਗਈ ਕਿ ਜਿਹੜਾ ਉਹਨਾਂ ਦਾ ਆਰਥਿਕ ਜਿਹੜੀ ਆ ਮਤਲਬ ਕਿ ਮੰਦੀ ਥੋੜ੍ਹੀ ਜਿਹੀ ਬਹਾਲ ਹੋ ਸਕੇ। ਪਰ ਕਿਤੇ ਨਾ ਕਿਤੇ ਅੱਜ ਵੀ ਫਗਵਾੜਾ ਸ਼ਹਿਰ ਜਾਂ ਪੂਰੇ ਪੰਜਾਬ ਦੇ ਜਿੰਨੇ ਵੀ ਸੰਗੀਤ ਜਗਤ ਦੇ ਜਾਂ ਪੂਰੇ ਦੇਸ਼ ਦੇ ਆਪਾਂ ਦੇਖ ਸਕਦੇ ਹਾਂ ਕਿ ਮੇਲੇ ਹੋ ਗਏ, ਸੱਭਿਆਚਾਰਕ ਮੇਲੇ ਹੋ ਗਏ, ਜਗਰਾਤੇ ਹੋ ਗਏ, ਧਾਰਮਿਕ ਪ੍ਰੋਗਰਾਮ ਹੋ ਗਏ, ਖੇਡ ਮੇਲੇ ਹੋ ਗਏ, ਕਬੱਡੀ ਟੂਰਨਾਮੈਂਟ ਹੋ ਗਏ ਤੇ ਹੋਰ ਸਮਾਜਿਕ ਜਿਹੜੇ ਆਪਣੇ ਪ੍ਰੋਗਰਾਮ ਹੁੰਦੇ ਸਨ ਜਾਂ ਸਮਾਗਮ ਹੁੰਦੇ ਸਨ ਉਹ ਕਰੋਨਾ ਕਰਕੇ ਬੰਦ ਹੋ ਚੁੱਕੇ ਹਨ ਤੇ ਜਿਨ੍ਹਾਂ ਕਰਕੇ ਕਿ ਜਿਹੜੇ ਇਹ ਕਲਾ ਮੰਚ ਦੇ ਕਲਾਕਾਰ ਸੀ ਉਹ ਅੱਜ ਆਰਥਿਕ ਮੰਦੀ ਦਾ ਸ਼ਿਕਾਰ ਹੋ ਚੁੱਕੇ। ਹਾਂਜੀ, ਉਹ ਤਾਂ ਫਿਰ ਜਿੱਦਾਂ ਇੱਕ ਆਪਾਂ ਬੁਰੇ ਵਕਤ ਵਿੱਚੋਂ ਗੁਜ਼ਰੇ ਆ ਤੇ ਉਹਦੇ ਕਰਕੇ ਉਹਦਾ ਸਾਰਿਆਂ ਤੇ ਹੀ ਅਸਰ ਪਿਆ ਹੈ। ਜੀ 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 ਹੈ ਕਿ ਨਹੀਂ। ਤੇ ਬਾਕੀ ਜਿਨ੍ਹਾਂ ਕੋਲੇ ਇਹ ਨਹੀਂ ਹੈਗਾ ਕਿ ਸਾਡੇ ਦੇਸ਼ ਵਿੱਚ ਪੈਸਾ ਨਹੀਂ ਹੈਗਾ, ਜੀ ਜੀ ਤੁਸੀਂ ਬੈਂਕਾਂ ਦੇ ਜਿਹੜੇ ਗੋਦਾਮ ਆ ਉਹ ਜਾ ਕੇ ਦੇਖੋ, ਲੈਸ ਆ ਨੋਟਾਂ ਨਾਲ। ਜੀ ਜੀ ਉਹ ਜਿਨ੍ਹਾਂ ਦੇ ਨੋਟ ਆ ਜੀ ਠੀਕ ਹੈ ਨਾ, ਉਹ ਤਾਂ ਆਪਣੇ ਘਰੇ ਨਜ਼ਾਰੇ ਕਰਦੇ ਆ। ਜੀ ਜੀ ਤੇ ਬਾਕੀ ਜਿਨ੍ਹਾਂ ਦੇ ਕੋਲੇ ਆਪਣਾ ਬੈਂਕ ਬੈਲੈਂਸ ਨਹੀਂ ਹੈਗਾ, ਜੀ ਜੀ ਹਾਂਜੀ, ਉਹ ਭੁੱਖੇ ਮਰਦੇ ਆ ਕਿਉਂਕਿ ਉਹਨਾਂ ਦੀ ਇਹੀ ਸੀਗਾ ਕਿ ਚਲੋ ਮੇਲਿਆਂ ਦੇ ਥੋੜਾ ਬਹੁਤਾ ਗਾਲਿਆ ਜਾ ਕੇ ਪੈਸੇ ਮਿਲੇ ਤਾਂ ਆਪਣੇ ਘਰ ਦੀ ਤੇ ਉਹੀ ਆ ਪੰਜਾਬ ਦੇ ਜਿੰਨੇ ਤੇਜੀ ਕਲਾਕਾਰ ਉਹ ਕਹਿੰਦੇ ਕਿ ਜਿਹੜਾ ਅਸੀਂ ਆ ਮਈ ਜੂਨ ਹਾੜ ਜਾਂ ਜਿਹੜਾ ਸੋਣੀ ਦੇ ਜਿਹੜਾ ਹੁੰਦਾ ਸੀ ਮਈ ਜੂਨ ਮਹੀਨਾ, ਇਹਨਾਂ ਮਹੀਨਿਆਂ ਵਿੱਚ ਮੇਲਿਆਂ ਵਿੱਚ ਜੋ ਕਮਾਉਂਦੇ ਸਨ ਸਾਰਾ ਸਾਲ ਉਹ ਉਹਨਾਂ ਵਿੱਚ ਹੀ ਗੁਜ਼ਾਰਾ ਕਰਦੇ ਸਨ। ਹਾਂਜੀ, ਉਹ ਸਾਰੇ ਮਹੀਨੇ ਦਾ ਗੁਜ਼ਾਰਾ ਉਹਨਾਂ ਦਾ ਉਹ ਆਪਣੀ ਥੋੜੀ ਜਿਹੀ ਕਮਾਈ ਚੋਂ ਚੱਲਦਾ ਸੀਗਾ। ਜੀ ਜੀ। ਤੇ ਹੁਣ ਕੀ ਕਹਿ ਸਕਦੇ ਕਿਉਂਕਿ ਤਾਂ ਸਰਕਾਰ ਵੀ ਕੁਝ ਹੈਲਪ ਨਹੀਂ ਕਰਦੀ। ਤੇ ਹੁਣ ਅੱਜ ਇਹੀ ਹਾਲਾਤ ਉਹ ਤੇਜੀ ਬਣ ਚੁੱਕੇ ਕਿ ਪੰਜਾਬ ਦਾ ਹਰ ਕਲਾਕਾਰ ਸਰਕਾਰ ਨੂੰ ਅਪੀਲ ਕਰ ਰਿਹਾ ਕਿ ਸਾਡੀ ਆਰਥਿਕ ਸਹਾਇਤਾ ਜਿਹੜੀ ਕੀਤੀ ਜਾਵੇ। ਇਹ ਤਾਂ ਸਾਰਾ ਸੰਸਾਰ ਹੀ ਕਰਦਾ ਪਿਆ ਤੇ ਉਹ ਕਰਦੇ ਆ ਜਾਂ ਨਹੀਂ ਕਰਦੇ ਤਾਂ ਉਹਨਾਂ ਦੀਆਂ ਮਰਜ਼ੀਆਂ ਚੱਲਦੀਆਂ। ਜੀ ਜੀ। ਬਾਕੀ ਇਹ ਜਿੱਦਾਂ ਸ਼ਾਮ ਪੰਡੋਰੀ ਜੀ ਆ, ਉਹਨਾਂ ਨੇ ਪਹਿਲਾਂ ਪਿਛਲਿਆਂ ਹਫ਼ਤਿਆਂ ਵਿੱਚ ਵੀ ਮਾਲੀ ਸਹਾਇਤਾ ਭੇਜੀ ਸੀਗੀ। ਜੀ ਜੀ। ਤੇ ਚਲੋ ਉਹ ਥੋੜਾ ਬਹੁਤਾ ਆਪਣਾ ਰਾਸ਼ਨ ਲੈ ਲਿਆ ਹੋਊਗਾ ਹਨਾ। ਜੀ ਜੀ। ਤੇ ਹੁਣ ਵੀ ਉਹਨਾਂ ਨੇ ਕੱਲ ਪਰਸੋਂ ਵੀ ਭੇਜੀ ਆ। ਜੀ ਜੀ। ਤੇ ਬਾਕੀ ਉਹ ਚਲੋ ਇਹ ਤਾਂ ਜਿਹੜੇ NRI ਵੀਰ ਆ ਉਹਨਾਂ ਨੇ ਬਹੁਤ ਸਾਰੇ ਆਪਣੇ ਦੇਸ਼ ਵਾਸੀਆਂ ਦੀ ਜਿਹੜੀ ਮਦਦ ਕੀਤੀ ਆ। ਜੀ ਜੀ। ਸ਼ਾਇਦ ਉਹਦੇ ਕਰਕੇ ਹੀ ਕੋਈ ਰੋਟੀ ਖਾ ਰਿਹਾ। ਜੀ ਜੀ। ਕਿਉਂਕਿ ਸਰਕਾਰ ਨੇ ਜਿਹੜਾ 500 ਰੁਪਇਆ ਵੀ ਪਾਇਆ ਸੀਗਾ, ਜੀ ਜੀ, ਉਹ ਵੀ ਕਿਸੇ ਨੂੰ ਪਾਇਆ ਤੇ ਕਿਸੇ ਨੂੰ ਨਹੀਂ ਪਾਇਆ। ਹਾਂ, ਕਿਸੇ ਨੂੰ ਪਹੁੰਚਿਆ ਤੇ ਕਿਸੇ ਤੱਕ ਨਹੀਂ ਪਹੁੰਚਿਆ। ਕਿਸੇ ਤੱਕ ਨਹੀਂ ਪਹੁੰਚਿਆ। ਉਹ ਸਿਰਫ ਦਾਅਵੇ ਆ ਕਿ ਅਸੀਂ 20 ਕਰੋੜ ਰੁਪਇਆ, ਜਿਹੜਾ 20 ਕਰੋੜ ਕਿਤੇ ਥੋੜੀ ਜਿਹੀ ਰਾਸ਼ੀ ਹੁੰਦੀ ਹੈ। ਜੀ ਜੀ। ਅਗਰ ਇੱਕ ਘਰ ਨੂੰ ਉਹ 4-4 5-5000 ਵੀ ਆਉਂਦਾ ਤਾਂ 20 ਕਰੋੜ ਕਿੰਨਿਆਂ ਨੂੰ ਆਉਂਦਾ। ਜੀ। ਹੁਣ ਇਹ ਆਪਾਂ ਹੋਰ ਥੋੜੀ ਲੰਬੀ ਕਰ ਲੈਂਦੇ ਆ ਕਿ ਆ ਕਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਵਿੱਚ ਭੁੱਖਮਰੀ ਫੈਲ ਗਈ। ਹਰ ਵਰਗ ਦੇ ਲੋਕਾਂ ਨੂੰ ਜਿਹੜੀ ਆ ਕਿ ਆਰਥਿਕ ਜਿਹੜੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇੱਕ ਅਧਿਐਨ ਕੀਤਾ ਗਿਆ ਪੂਰੀ ਦੁਨੀਆ ਵਿੱਚ 27 ਕਰੋੜ ਦੇ ਕਰੀਬ ਜਿਹੜੀ ਆ ਲੋਕਾਂ ਨੂੰ ਆਰਥਿਕ ਮੰਦੀ ਜਾਂ ਭੁੱਖਮਰੀ ਦਾ ਸੰਕਟ ਜਿਹੜਾ ਇਸ ਵੇਲੇ ਸਾਹਮਣਾ ਕਰਨਾ ਪੈ ਰਿਹਾ। ਹਾਂਜੀ, ਇਹ ਤਾਂ ਹੁਣ ਸਰਕਾਰ ਜਿਹੜਾ ਆ ਉਹ ਪੂਰਾ ਦਿਲੋਂ ਸਾਥ ਨਹੀਂ ਦੇ ਰਹੀ। ਜੀ ਜੀ। ਕਿਉਂਕਿ ਜੇ ਹੁਣ ਤੰਗੀ ਪੈ ਗਈ ਆ ਤਾਂ ਕੋਈ ਦਿਲੋਂ ਜਿਹੜਾ ਸਾਥ ਦਿੰਦਾ ਆ ਜੀ ਤਾਂ ਜਾ ਕੇ ਕਿਤੇ ਗਰੀਬ ਦੇ ਘਰ ਵਿੱਚ ਰਾਸ਼ਨ ਆ ਸਕਦਾ। ਜੀ ਜੀ। ਤੇ ਬਹੁਤ ਹੀ ਪਤਾ ਨਹੀਂ ਕਿਹੜਾ ਇਹ ਸਮਾਂ ਇਹਨਾਂ ਕਰੂਪੀ ਆ ਉਸ ਪਰਮਾਤਮਾ ਦੀ ਕਿ ਇਹ ਇਨਸਾਨ ਕਿੱਥੇ ਗਲਤ ਚੱਲੇ ਹੋਏ ਆ। ਜੀ ਜੀ। ਕਿ ਜਿੱਥੇ ਪਰਮਾਤਮਾ ਨੂੰ ਚੰਗਾ ਨਹੀਂ ਲੱਗਾ ਤੇ ਪਰਮਾਤਮਾ ਨੇ ਜਿਹੜਾ ਵਕਤ ਹੈ ਸਾਰੀ ਮਨੁੱਖਤਾ ਦੇ ਅੱਗੇ ਲਿਆਣ ਕੇ ਖੜਾ ਕਰ ਦਿੱਤਾ ਹੈ ਤੇ ਉਹ ਹੁਣ ਉਹਦੇ ਚੋਂ ਨਿਕਲਣਾ ਕਿੰਨਾ ਔਖਾ ਪੈ ਗਿਆ। ਜੀ ਜੀ। ਪਰ ਫਿਰ ਹਾਲੇ ਵੀ ਇਹ ਛੋਟੇ ਉਸ ਨਾਰਾਇਣ ਪਰਮਾਤਮਾ ਦੇ ਸੰਕੇਤ ਆ। ਹਾਲੇ ਵੀ ਜੇ ਆਪਾਂ ਸੁਧਰ ਜਾਈਏ। ਜੀ ਜੀ। ਹਾਲੇ ਵੀ ਜੇ ਆਪਾਂ ਆਪਣੀ ਆਤਮਾ ਦੀ ਕੁਆਲਿਟੀ ਨੂੰ ਬਦਲ ਦਈਏ। ਜੀ। ਆਪਾਂ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਰਹੀਏ। ਇਹ ਘਰਾਂ ਦੀਆਂ ਵੰਡ ਲੈ ਕੇ ਜਿਹੜੀਆਂ ਲੜਾਈਆਂ ਹੁੰਦੀਆਂ, ਇਹ ਜਿਹੜੇ ਹਸਬੈਂਡ ਵਾਈਫ ਦੇ ਵਿੱਚ ਜਿਹੜੇ ਤਰ੍ਹਾਂ ਦੇ ਮੁੱਦੇ ਖੜਦੇ ਆ, ਭੈਣਾਂ ਭਰਾਵਾਂ ਵਿੱਚ ਲੜਾਈ ਖੜੀ ਆ ਕਿਉਂਕਿ ਇਹ ਕਿਤੇ ਨਾ ਕਿਤੇ ਇੱਕ ਉਹ ਜਿੱਦਾਂ ਕੌਰਵ ਪਾਂਡਵ ਲੜਦੇ ਸੀ। ਜੀ ਜੀ। ਤੇ ਉਹ ਕਿਤੇ ਕ੍ਰਿਸ਼ਨ ਭਗਵਾਨ ਜੀ ਨੇ ਵਾਕ ਕੀਤਾ ਕਿ ਜੇ ਉਹ ਨਾ ਲੜਦੇ ਤਾਂ ਘਰ ਦੀ ਲੜਾਈ ਕਦੇ ਨਹੀਂ ਹੋਣੀ ਸੀ। ਜੀ। ਹਾਂਜੀ, ਇਹ ਉਹਨਾਂ ਦੇ ਮੁਖਾਰ ਬਿੰਦ ਦਾ ਜਿਹੜਾ ਬੋਲਿਆ ਹੋਇਆ ਵਾਕ ਅੱਜ ਸਾਰੀ ਮਨੁੱਖਤਾ ਭੁਗਤਦੀ ਆ। ਹੁਣ ਅਸੀਂ ਆਪਣੇ ਬਾਬੇ ਬਣਾਏ ਆ ਬਹੁਤ ਸਾਰੇ, ਆਪਾਂ ਪੀਰਾਂ ਫਕੀਰਾਂ ਨੂੰ ਮੰਨਦੇ ਆ ਪਰ ਉਹ ਪੀਰਾਂ ਫਕੀਰਾਂ ਤੋਂ ਮੰਨ ਕੇ ਹੁੰਦਾ ਹੋਇਆ ਰਸਤਾ ਨਾਰਾਇਣ ਵਿੱਚ ਜਾ ਕੇ ਖਤਮ ਹੁੰਦਾ ਤੇ ਕਿਉਂ ਨਾ ਅਸੀਂ ਸਿੱਧਾ ਹੀ ਆਪਣੇ ਨਾਰਾਇਣ ਪਾਤਸ਼ਾਹ ਨੂੰ ਮੰਨਣਾ ਸ਼ੁਰੂ ਕਰੀਏ। ਜੀ ਜੀ।
ਕਿਉਂਕਿ ਜੇ ਆਪਾਂ ਆਪਣੀ ਜ਼ਿੰਦਗੀ ਦੇ 50 ਸਾਲ ਅਗੜ ਦੁੱਗੜ ਰਸਤਿਆਂ ਵਿੱਚ ਖਰਾਬ ਕਰਨੇ ਆ ਜੀ ਜੀ ਤੇ ਉਹਦੇ ਨਾਲੋਂ ਸਿੱਧਾ ਇੱਕ ਰਸਤਾ, ਇੱਕ ਸ਼ਬਦ ਦਾ ਨਾਰਾਇਣ ਪਤਸ਼ਾਹ ਦਾ, ਉਹ ਜਪੋ ਜੀ ਜੀ। ਕਿਉਂਕਿ ਉਹ ਜਿੱਦਾਂ ਹੀ ਅਸੀਂ ਜਪਣਾ, ਸਾਰੀ ਮਨੁੱਖਤਾ ਨੇ ਤੇ ਵਾਈਬ੍ਰੇਸ਼ਨ ਦੇ ਵਿੱਚ ਸਾਡਾ ਚਮਤਕਾਰ ਹੋ ਜਾਣਾ ਤੇ ਕਿਸੇ ਨੂੰ ਕੋਈ ਭੁੱਖ ਨਹੀਂ ਰਹਿ ਜਾਣੀ, ਕੋਈ ਪਿਆਸ ਨਹੀਂ, ਅੰਦਰੋਂ ਸਬਰ ਮਿਲ ਜਾਵੇ। ਤੇ ਇਹ ਆਪਾਂ ਗੱਲਾਂ ਤਾਂ ਕਰਦੇ, ਚਲੋ ਫਿਰ ਵੀ ਸਾਡੇ ਵਿਚਾਰ ਸੁਣ ਕੇ ਜੇ 100 ਵਿੱਚੋਂ 10 ਬੰਦੇ ਵੀ ਇਸ ਲਾਈਨ ਤੇ ਆਉਂਦੇ ਨੇ, ਪਰਮਾਤਮਾ ਨਾਲ ਜੁੜਦੇ ਨੇ, ਚੰਗੀ ਸੋਚ ਰੱਖਦੇ ਨੇ ਤੇ ਦੂਸਰਿਆਂ ਨੂੰ ਵੀ ਚੰਗੀ ਸੋਚ ਦਿੰਦੇ ਨੇ, ਤਾਂ ਇਹ ਸਾਡੇ ਅਧਿਆਪਕਾ ਪੰਜਾਬ ਦੀ ਟੀਮ ਵੱਲੋਂ ਮੈਂ ਕਹਿੰਦਾ ਕਿ ਬਹੁਤ ਬਹੁਤ ਚੰਗੀ ਗੱਲ ਆ ਕਿ ਸਮਾਜ ਵਿੱਚ ਕਿਤੇ ਨਾ ਕਿਤੇ ਸੁਧਾਰ ਹੋਣਾ ਜ਼ਰੂਰ ਚਾਹੀਦਾ। ਤੇ ਆਪਾਂ ਕਿਤੇ ਨਾ ਕਿਤੇ ਆਪਾਂ ਇਹ ਦੇਖਦੇ ਸਮਾਜ ਵਿੱਚ ਕੁਰੀਤੀਆਂ ਜਿਹੜੀਆਂ ਉਹ ਵੀ ਲਗਾਤਾਰ ਪੈਰ ਪਸਾਰ ਰਹੀਆਂ। ਹੁਣ ਆਪਾਂ ਇੱਕ ਗੱਲ ਜਿਹੜੀ ਕਿ ਕਪੂਰਥਲਾ ਦੇ SSP ਸਤਿੰਦਰ ਸਿੰਘ ਜੀ ਨੇ ਇੱਕ ਐਲਾਨ ਕੀਤਾ ਕਿ ਨਸ਼ੇ ਵੇਚ ਕੇ ਜਿਹੜੇ ਮਹਿੰਗੀਆਂ ਗੱਡੀਆਂ ਆਲੀਸ਼ਾਨ ਕੋਠੀਆਂ ਪਾਉਂਦੇ ਨੇ ਉਹਨਾਂ ਤੇ ਜਿਹੜੀ ਨਕੀਲ ਕੱਸੀ ਜਾਵੇ। ਹਾਂਜੀ, ਇਹ ਤਾਂ ਉਹਨਾਂ ਨੇ ਚੰਗੀ ਗੱਲ ਕਹੀ ਆ, ਕਿਉਂਕਿ ਇਕੱਲੇ ਸ਼ਰਾਬ ਵੇਚ ਕੇ ਹੀ ਨਹੀਂ, ਲੋਕ ਚਿੱਟਾ ਕਿੰਨੇ ਲੋਕ ਵੇਚਦੇ, ਔਰ ਜਦੋਂ ਪੁਲਿਸ ਚਿੱਟਾ ਪਕੜਦੀ ਆ ਨਾ ਕਿਸੇ ਵੀ ਤਸਕਰ ਦੇ ਕੋਲੋਂ ਚਿੱਟਾ ਫੜਿਆ ਜਾਂਦਾ ਤੇ ਉਹਦੀ ਕੀਮਤ ਨਾਲ ਦੱਸਦੇ ਕਿ ਇੰਨੇ ਕਰੋੜ ਦਾ। ਜੀ ਜੀ, ਅਜੇ ਕੱਲ ਵੀ ਇੱਕ ਮਤਲਬ ਕਿ ਪਤਾ ਨਹੀਂ ਫਿਰੋਜ਼ਪੁਰ ਏਰੀਏ ਪਤਾ ਨਹੀਂ ਖਬਰ ਆਈ ਸੀਗੀ ਕਿ ਕਿਸੇ ਇਲਾਕੇ ਵਿੱਚ ਕਾਫੀ ਕਰੋੜ ਦੀ ਜਿਹੜੀ ਆ ਮਤਲਬ ਕਿ ਨਸ਼ਾ ਤਸਕਰੀ ਜਿਹੜੀ ਫੜੀ ਗਈ ਹੈ। ਹਾਂਜੀ, ਉਹਨੂੰ ਇੰਨੀ ਕੀਮਤ ਲਾ ਕੇ ਦੱਸਣ ਦੀ ਕੀ ਜ਼ਰੂਰਤ ਹੈ ਜਨਤਾ ਨੂੰ? ਜੀ ਜੀ, ਉਹ ਜਨਤਾ ਨੂੰ ਪਤਾ ਕਿ ਇਹ ਚੀਜ਼ ਜਿਹੜੀ ਕਰੋੜਾਂ 'ਚ ਵਿਕਦੀ ਹੈ। ਜੀ ਜੀ, ਤਾਂ ਹੀ ਤਾਂ ਲੋਕ ਖੁਦ ਖਾਈ ਜਾਂਦੇ, ਨਸ਼ਾ ਦੂਜਿਆਂ ਨੂੰ ਕਰਾਈ ਜਾਂਦੇ ਆ। ਜੀ ਜੀ, ਕਦੇ ਵੀ ਇਹ ਜਿਹੜੀ ਚੀਜ਼ ਹੈ ਇਹਨੂੰ ਕੌਡੀਆਂ ਦਾ ਭਾਅ ਦੱਸੋ। ਜੀ ਜੀ, ਠੀਕ ਹੈ ਨਾ, ਤਾਂ ਜੋ ਦੁਨੀਆ ਜਿਹੜੇ ਇਹਦੇ ਵੱਲੋਂ ਮੂੰਹ ਮੋੜ ਲਵੇ ਕਿ ਇਹ ਤਾਂ ਕੌਡੀਆਂ ਦੇ ਭਾਅ ਦੀ ਚੀਜ਼ ਹੈ, ਇਹਨੂੰ ਕੀ ਕਰਨਾ। ਜੀ ਜੀ, ਤੇ ਹੁਣ ਜਦੋਂ ਕਰੋੜਾਂ ਦੀ ਗੱਲ ਕਰਦੇ ਆ ਤੇ ਉੱਥੇ ਵੀ ਹਰ ਕਿਸੇ ਦਾ ਜਿਹੜਾ ਸਾਡੇ ਮਨੁੱਖਤਾ ਦਾ ਜ਼ਮੀਰ ਜਿਹੜਾ ਵਿਕਦਾ। ਜੀ ਜੀ, ਹਾਂਜੀ। ਤੇ ਇੱਕ ਪਾਸੇ ਦੇਖੋ ਨਸ਼ਾ ਤਸਕਰੀ, ਇੱਕ ਪਾਸੇ ਜਿਹੜੀ ਘਰੇਲੂ ਹਿੰਸਾ ਵੱਧਦੀ ਜਾ ਰਹੀ ਆ। ਹੁਣ ਨਕੋਦਰ ਤੋਂ ਕੱਲ੍ਹ ਇੱਕ ਖਬਰ ਆਈ ਕਿ ਇੱਕ ਭਰਾ ਨੇ ਇੱਕ ਆਪਣੇ ਹੀ ਭਰਾ ਦਾ ਜਿਹੜਾ ਕਤਲ ਕਰ ਦਿੱਤਾ ਤੇ ਕਿਤੇ ਨਾ ਕਿਤੇ ਅੱਜ ਦੇ ਸਮੇਂ ਵਿੱਚ ਖੂਨ ਵੀ ਜਿਹੜਾ ਫਿੱਕਾ ਪੈ ਚੁੱਕਾ ਹੈ। ਹਾਂਜੀ, ਕਿਉਂਕਿ ਇਹ ਸਾਰੇ ਪੈਸੇ ਲਈ ਜਾਗ ਗਏ ਆ। ਜੀ ਜੀ, ਤੇ ਪੈਸਾ ਹੀ ਅਹਿਮੀਅਤ ਰੱਖਦਾ, ਰਿਸ਼ਤਾ ਕੁਛ ਅਹਿਮੀਅਤ ਨਹੀਂ ਰੱਖਦਾ। ਜੀ ਜੀ, ਤਾਂ ਸਾਰੀ ਦੁਨੀਆ ਵੀ ਪੈਸੇ ਦੀ ਖਾਤਰ ਰਿਸ਼ਤੇ ਨੂੰ ਕੁਛ ਨਹੀਂ ਸਮਝਦੀ, ਕਿਉਂਕਿ ਇੱਕ ਅਮੀਰ ਹੁੰਦਾ ਤੇ ਦੂਜਾ ਗਰੀਬ ਹੁੰਦਾ, ਫਿਰ ਗਰੀਬ ਜਿਹੜਾ ਉਹ ਕੋਈ ਨਾ ਕੋਈ ਮਸਲਾ ਬਣਾਉਂਦਾ ਜਾਂ ਅਮੀਰ ਨੂੰ ਥੱਲੇ ਲਾਇਆ ਜਾਵੇ, ਪਰ ਉਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਕਿਤੇ ਨਾ ਕਿਤੇ ਗਰੀਬ, ਤੇਰੀ ਆਪਣੀ ਕਿਸਮਤ ਆ, ਉਹਦੀ ਆਪਣੀ ਕਿਸਮਤ ਆ। ਜੀ ਜੀ, ਠੀਕ ਹੈ ਨਾ, ਤੇ ਉਹਨੇ ਕੋਈ ਚੰਗੇ ਕਰਮ ਕੀਤੇ, ਉਹ ਅੱਜ ਅਮੀਰ ਬਣ ਗਿਆ, ਤੂੰ ਕੋਈ ਚੰਗੇ ਕਰਮ ਨਹੀਂ ਕੀਤੇ ਹੋਣਗੇ, ਤੂੰ ਅੱਜ ਗਰੀਬ ਬਣ ਗਿਆ। ਪਰ ਕਿਤੇ ਨਾ ਕਿਤੇ ਜੀ ਹਰ ਮੁੱਦੇ ਪਿੱਛੇ ਪੈਸਾ ਹੀ ਨਹੀਂ ਇਨਵੋਲਵ ਹੁੰਦਾ, ਕਿਤੇ ਨਾ ਕਿਤੇ ਰੰਜਿਸ਼ ਹੋ ਕਈ ਕਾਰਨ ਜਿਹੜੇ। ਹਾਂਜੀ, ਇਹ ਤਾਂ ਜਦੋਂ ਦਿਲਾਂ ਵਿੱਚ ਅਸੀਂ ਖੋਟ ਰੱਖਦੇ ਆ, ਜਦੋਂ ਇੱਕ ਗੱਲ ਆ ਤਾਂ ਉਹਨੂੰ ਹਮੇਸ਼ਾ ਸਾਲਾਂ ਬੱਧੀ ਇਹ ਕਰ ਦਿੰਦੇ, ਡਿਸਕਨੈਕਟ ਕਰ ਦੇਣਾ। ਜੀ ਜੀ, ਤੇ ਚਲੋ ਉਹ ਰੂਹਾਂ ਦਾ ਭਲਾ ਹੋਵੇ ਜਿਹੜਾ ਇਸ ਤਰ੍ਹਾਂ ਦਾ ਸੋਚ ਰੱਖਦੀਆਂ। ਜੀ ਜੀ, ਕਿਉਂਕਿ ਜੇ ਦੇਣਾ ਹੀ ਹੈ ਕਿਸੇ ਨੂੰ ਤੇ ਕੁਝ ਚੰਗਾ ਦੇ ਦਿਓ, ਹਨਾ, ਤਾਂ ਜੋ ਬੋਲਾਂ ਦੇ ਬਿਆਨ ਹੀ ਚੰਗੇ ਦੇ ਦਿਓ। ਜੀ ਜੀ, ਸਮਾਈਲ ਹੀ ਦੇ ਦਿਓ, ਕੋਈ ਖੁਸ਼ ਹੋ ਜਾਏ, ਹਨਾ। ਜੀ ਜੀ, ਤੇ ਇਹ ਤਾਂ ਇਹਦੇ ਕੋਈ ਪੈਸੇ ਨਹੀਂ ਲੱਗਦੇ। ਜੀ ਜੀ, ਤੇ ਜਿਹੜਾ ਇਹ ਰੰਜਿਸ਼ ਆ, ਇਹ ਤਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀਆਂ। ਜੀ ਜੀ, ਛੱਡ ਦੇਣਾ ਇੱਕ ਕਹਿੰਦੇ ਜਿਹੜਾ ਦਿਲੋਂ ਮਾਫ ਕਰ ਦਵੇ ਉਹਦਾ ਦਿਲ, ਉਹ ਪਰਮਾਤਮਾ ਹੀ ਹੁੰਦਾ। ਜੀ ਜੀ, ਕਿਉਂਕਿ ਪਰਮਾਤਮਾ ਵੀ ਤਾਂ ਕਿੰਨੇ ਅਸੀਂ ਕਿਸੇ ਕੰਮ ਦੇ ਇਨਸਾਨ ਹੀ, ਪਰਮਾਤਮਾ ਫੇਰ ਵੀ ਸਾਨੂੰ ਇੰਨਾ ਕੁਝ ਦੇ ਰਿਹਾ। ਜੀ ਜੀ, ਉਹ ਵੀ ਤਾਂ ਸਾਨੂੰ ਮਾਫ ਕਰਦਾ ਹੀ ਆ, ਤੇ ਕੀ ਅਸੀਂ ਇੱਕ ਭਰਾ ਨੂੰ ਮਾਫ ਨਹੀਂ ਕਰ ਸਕਦੇ? ਚਲੋ ਇਹ ਤਾਂ ਹੋ ਗਏ ਲਹੂ ਦੇ ਦੋ ਰੰਗ ਜਿਹੜੇ ਅੱਜ ਦੇ ਸਮੇਂ ਵਿੱਚ ਫਿੱਕੇ ਪੈ ਚੁੱਕੇ ਨੇ। ਪਰ ਕਿਤੇ ਨਾ ਕਿਤੇ ਤੇਜ਼ੀ ਜੀ ਮੈਂ ਦੇਖਿਆ ਕਿ ਲੋਕ ਜਿਹੜੀ ਆਰਥਿਕ ਮੰਦੀ ਤੋਂ ਇੰਨੇ ਤੰਗ ਆ ਚੁੱਕੇ ਨੇ ਕਿ ਯੂਪੀ ਦੇ ਵਿੱਚ ਇੱਕ ਪਰਿਵਾਰ ਦੇ ਮੁਖੀ ਨੇ ਆਪਣੇ 3 ਬੱਚਿਆਂ ਤੇ ਆਪਣੀ ਘਰਵਾਲੀ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਕਿ ਆਰਥਿਕ ਮੰਦੀ ਦੇ ਚੱਲਦੇ। ਉਹੀ ਫਿਰ ਜਾਣੀ ਕਿ ਆਰਥਿਕ ਮੰਦੀ, ਅਸੀਂ ਹੁਣ ਜਦੋਂ ਕਮਾਉਂਦੇ ਆ ਅਸੀਂ ਘਰ ਦਾ ਸਾਜੋ ਸਾਜ ਸਮਾਨ ਬਣਾ ਲੈਂਦੇ ਆ। ਜੀ ਜੀ, ਅਸੀਂ ਇਹ ਨਹੀਂ ਸੋਚਦੇ ਕਿ ਇਹ ਜਿਹੜਾ ਪੈਸਾ ਹੈ ਇਹਨੂੰ ਕੱਲ ਲਈ ਥੋੜਾ ਸੇਵ ਕਰਕੇ ਰੱਖ ਲਈਏ, ਕਿਉਂਕਿ ਸਮਾਨ ਦੇ ਬਗੈਰ ਤਾਂ ਸਾਜੂ ਪਰ ਖਾਣੇ ਬਗੈਰ ਨਹੀਂ ਸਰਨਾ। ਜੀ ਜੀ, ਇਸ ਕਰਕੇ ਜਿਹੜਾ ਘਰ ਜਦੋਂ ਵੀ ਕੋਈ ਕਮਾਉਂਦਾ ਉਹਦੇ ਵਿੱਚੋਂ ਥੋੜੇ ਪੈਸੇ ਜਿਹੜੇ ਆ ਉਹਨੂੰ ਸੇਫ ਰੱਖੋ। ਜੀ ਜੀ, ਤਾਂ ਜੋ ਕੱਲ ਦੀ ਆਰਥਿਕ ਤੰਗੀ ਲਈ ਤੁਹਾਡੇ ਕੰਮ ਆ ਸਕਣ। ਜੀ ਜੀ, ਤੇ ਇੱਕ ਤੇਜੀ ਜੀ ਮੈਂ ਜਾਣਨਾ ਚਾਹਾਂਗਾ ਕਿ ਸਾਡੇ ਦਰਸ਼ਕ ਜਿਹੜੇ ਆ ਤੁਹਾਡਾ ਪ੍ਰੋਗਰਾਮ ਉਹ ਵੇਖਦੇ ਨੇ ਤਾਂ ਹਰ ਵਾਰ ਕੁਝ ਨਾ ਕੁਝ
ਜਿਹੜਾ ਕਮੈਂਟਾਂ ਰਾਹੀਂ ਉਹ ਫਰਮਾਇਸ਼ ਕਰਦੇ ਨੇ ਕਿ ਉਹਨਾਂ ਦੀ ਥੋੜੀ ਤਸੱਲੀ ਕੀਤੀ ਜਾਵੇ। ਮੈਂ ਚਾਹਾਂਗਾ ਕਿ ਤੁਸੀਂ ਅੱਜ ਫਿਰ ਮੇਰੇ ਜਿਹੜੇ ਤਹਿਲਕਾ ਪੰਜਾਬ ਦੇ ਜਿਹੜੇ ਦਰਸ਼ਕ ਵੇਖਦੇ ਨੇ ਉਹਨਾਂ ਨੂੰ ਥੋੜੀ ਨਾਰਾਇਣ ਬਾਰੇ ਥੋੜੀ ਪਰਿਭਾਸ਼ਾ ਉਹਨਾਂ ਨੂੰ ਸਮਝਾ ਦਿਓ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਮਨ ਦੀ ਸੰਤੁਸ਼ਟੀ ਹੈ ਜਿਹੜੀ ਜ਼ਰੂਰ ਹੋਵੇਗੀ। ਹਾਂਜੀ, ਕਿਉਂਕਿ ਨਾਰਾਇਣ ਪਾਤਸ਼ਾਹ ਦੇ ਬਗੈਰ ਅਸੀਂ ਕੁਝ ਨਹੀਂ ਹੈਗੇ, ਠੀਕ ਹੈ ਜੀ। ਉਹ ਹੈ ਤਾਂ ਅਸੀਂ ਹਾਂ ਜੀ, ਕਿਉਂਕਿ ਉਹਨਾਂ ਨੇ ਸਾਨੂੰ ਪੈਦਾ ਕੀਤਾ। ਉਹ ਇੱਕ ਸੁਪਰੀਮ ਪਾਵਰ ਆਫ ਦੀ ਲਾਈਟ ਆ ਜੀ ਜੀ, ਤੇ ਉਹਦੇ ਤੋਂ ਅਸੀਂ ਪੈਦਾ ਹੋ ਕੇ ਇਸ ਧਰਤੀ ਦੇ ਉੱਤੇ ਆਏ ਹੋਏ ਆ ਤੇ ਉਹਦੇ ਤੱਕ ਜਦੋਂ ਉਹਨੂੰ ਜਪਾਂਗੇ ਤਾਂ ਉਹਦੇ ਵਿੱਚ ਜਾ ਕੇ ਲੀਨ ਹੋਵਾਂਗੇ। ਜੀ ਜੀ, ਠੀਕ ਹੈ ਨਾ। ਪਰ ਇਹ ਜਪਣਾ ਇਹ ਨਹੀਂ ਕਿ ਉਹਦੇ ਵਿੱਚ ਸਿਰਫ ਅਸੀਂ ਲੀਨ ਹੋਣਾ। ਅਸੀਂ ਜਦੋਂ ਜਪਦੇ ਆ ਸਾਡਾ ਇਸ ਲੋਕ ਸੁਖੀ ਹੈ ਪਰਲੋਕ ਸੁਹੇਲੇ। ਜੀ ਜੀ, ਕਿਉਂਕਿ ਇਸ ਲੋਕ ਦੇ ਵਿੱਚ ਵੀ ਉਸ ਜਾਪ ਦਾ ਸਾਨੂੰ ਬਹੁਤ ਸਾਰਾ ਮੁਆਵਜ਼ਾ ਮਿਲਦਾ। ਜੀ ਜੀ, ਹਾਂਜੀ, ਅਸੀਂ ਅੰਦਰੋਂ ਖੁਸ਼ਹਾਲ ਰਹਿੰਦੇ ਆ, ਅੰਦਰੋਂ ਸਾਡੇ ਅੰਦਰ ਅਮੀਰੀ ਬਣ ਜਾਂਦੀ ਹੈ। ਜੀ ਜੀ, ਹਾਂਜੀ, ਅਸੀਂ ਥੋੜੇ ਵਿੱਚ ਵੀ ਗੁਜ਼ਾਰਾ ਕਰਨ ਦੀ ਸ਼ਮਤਾ ਰੱਖਦੇ ਆ। ਜੀ ਜੀ, ਇਹ ਨਹੀਂ ਕਿ ਸਾਨੂੰ ਫਿਰ ਬਹੁਤ ਸਾਰਾ ਪੈਸਾ ਚਾਹੀਦਾ ਤੇ ਗੱਡੀਆਂ ਕਾਰਾਂ ਸਾਰੀਆਂ ਭੁੱਖਾਂ ਪਿਆਸਾਂ ਜਿਹੜੀਆਂ ਮਾਈਨਸ ਸਿਫਰ ਹੋ ਜਾਂਦੀਆਂ ਉਹਦੇ ਨਾਲ। ਜੀ ਜੀ, ਹਾਂਜੀ, ਤੇ ਦੂਸਰਿਆਂ ਦੇ ਮੁਖ ਦੇਖ ਕੇ ਬੰਦੇ ਨੂੰ ਇੰਨੀ ਖੁਸ਼ੀ ਹੁੰਦੀ ਹੈ। ਜੀ ਜੀ, ਠੀਕ ਹੈ ਜੀ। ਤੇ ਉਹਦੇ ਤੋਂ ਜਦੋਂ ਅਸੀਂ ਟੁੱਟ ਕੇ ਧਰਤੀ ਦੇ ਉੱਤੇ ਆਉਂਦੇ ਆ, ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਜੀ ਜੀ, ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਆਪਾਂ ਇਸ ਸ਼ਬਦਾਂ ਦੀ ਬਾਣੀ ਦੀ ਜਿਹੜੀ ਵਿਆਖਿਆ ਜ਼ਰੂਰ ਕਰਾਂਗੇ। ਜੀ ਜੀ, ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰੀਆਈਆਂ ਬਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਸ਼ਲੋਕ ਦੇ ਅਸੀਂ ਤੁਹਾਨੂੰ ਬਾਣੀ ਦੇ ਜਿਹੜੇ ਆ ਬਿਆਨ ਦੱਸਾਂਗੇ ਕਿ ਨਾਰਾਇਣ ਤੋਂ ਜਦੋਂ ਅਸੀਂ ਟੁੱਟਦੇ ਆ। ਜੀ ਜੀ, ਤੇ ਸਾਨੂੰ ਜਿਹੜੇ ਅੱਜ ਤੱਕ ਅਸੀਂ ਸੁਣਿਆ ਸੀਗਾ ਕਿ ਪਵਨ ਜਿਹੜੀ ਹਵਾ ਆ ਉਹਨੂੰ ਪਵਨ ਕਿਹਾ ਜਾਂਦਾ ਹੈ, ਤੇ ਪਾਣੀ ਜਿਹੜਾ ਪਾਣੀ ਆ ਉਹਨੂੰ ਅਸੀਂ ਪਿਤਾ ਕਹਿੰਦੇ ਆ, ਤੇ ਧਰਤੀ ਮਾਤਾ ਨੂੰ ਅਸੀਂ ਮਾਤਾ ਕਹਿੰਦੇ ਆ। ਜੀ ਜੀ, ਅਸੀਂ ਅੱਜ ਤੱਕ ਵੀ ਜਿਨ੍ਹਾਂ ਪ੍ਰਚਾਰਕ ਬਾਈ ਵੀਰਾਂ ਤੋਂ ਸੁਣਿਆ ਇਹ ਹੀ ਸੁਣਿਆ। ਪਰ ਨਾਰਾਇਣ ਪਾਤਸ਼ਾਹ ਜਦੋਂ ਆਪਣੇ ਮੁਖ ਤੋਂ ਇੱਕ ਬੂੰਦ ਤੋੜ ਕੇ ਇੱਕ ਸਰੀਰ ਤਿਆਰ ਕਰਕੇ ਉਹਦੇ ਵਿੱਚ ਆਪ ਬੈਠਦੇ ਨੇ। ਜੀ ਜੀ, ਤੇ ਫਿਰ ਉਹ ਸਰੀਰ ਜਦੋਂ ਧਰਤੀ ਤੇ ਸਫ਼ਰ ਕਰਨ ਲਈ ਚੱਲਦਾ, ਜੀ, ਉਹਨੂੰ ਕਹਿੰਦੇ ਪਵਨ ਗੁਰੂ। ਗੁਰੂ ਦਾ ਮਤਲਬ ਹੁੰਦਾ ਹੁੰਦਾ ਗੂੰਜ, ਜੀ, ਯਾਨੀ ਵਾਈਬ੍ਰੇਸ਼ਨ। ਜੀ, ਤੇ ਜਦੋਂ ਵਾਈਬ੍ਰੇਸ਼ਨ ਤੋਂ ਟੁੱਟ ਕੇ ਇੱਕ ਆਤਮਾ ਬਣਦੀ, ਜੀ, ਤੇ ਉਹ ਬਣ ਜਾਂਦੀ ਰੂਹ। ਜੀ, ਹੁਣ ਪਰਮਾਤਮਾ ਆਤਮਾ ਬਣ ਕੇ ਧਰਤੀ ਦੇ ਉੱਤੇ ਸਫ਼ਰ ਲਈ ਆ ਗਏ। ਜੀ ਜੀ, ਤੇ ਜਦੋਂ ਸਫ਼ਰ ਤੇ ਆ ਗਏ ਉਹਨੂੰ ਅਸੀਂ ਕਹਿੰਦੇ ਪਵਨ। ਪਵਨ ਹੁੰਦਾ ਪੈਣ ਵਾਸਤੇ। ਜੀ ਜੀ, ਠੀਕ ਹੈ ਨਾ। ਪਵਨ ਗੁਰੂ ਆਪ ਪਰਮਾਤਮਾ ਧਰਤੀ ਤੇ। ਪਾਣੀ ਪਿਤਾ। ਪਿਤਾ ਮਤਲਬ ਕਿ ਪਿਤਾ। ਜੀ, ਮਾਤਾ ਮਤਲਬ ਕਿ ਮਾਂ। ਜੀ, ਮਾਂ ਦਾ ਗਰਭ ਤੇ ਪਿਤਾ ਬਿੰਦਾਰਾ। ਜੀ, ਪਿਤਾ ਦੇ ਬਿੰਦ ਦੇ ਜਰੀਏ ਮਾਂ ਦੇ ਗਰਭ ਵਿੱਚ ਅਸੀਂ ਪ੍ਰਵੇਸ਼ ਕਰਦੇ ਹਾਂ। ਜੀ, ਪਵਨ ਗੁਰੂ ਆਪ ਪਰਮਾਤਮਾ ਗਰਭ ਦੇ ਵਿੱਚ ਪੈਣ ਵਾਸਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜੀ, ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਕਿ ਪਰਮਾਤਮਾ ਨੇ ਰਾਤ ਬਣਾ ਕੇ ਦਿੱਤੀ ਕਿ ਇਸ ਤਰ੍ਹਾਂ ਦੇ ਜੀਵਾਂ ਨੂੰ ਜਦੋਂ ਤੋਂ ਟੁੱਟਿਆਂ ਨੂੰ ਪੈਦਾ ਕਰਦਾ। ਜੀ ਜੀ, ਤੇ ਰਾਤ ਬਣਾ ਕੇ ਦਿੱਤੀ ਆ ਕਿ ਪੂਰਾ ਜਿਹੜਾ ਸੰਸਾਰ ਆ ਜੀ ਉਹ ਇਹਨਾਂ ਜੀਵਾਂ ਨੂੰ ਪੈਦਾ ਕਰਨ ਦਾ ਕਾਰਜ ਕਰਦਾ। ਜੀ ਜੀ, ਕਹਿੰਦੇ ਚੰਗਿਆਈਆਂ ਬੁਰੀਆਈਆਂ ਬਾਚੇ ਧਰਮ ਹਦੂਰ। ਜੀ, ਕਿ ਕੋਈ ਚੰਗੇ ਤੋਂ ਚੰਗਾ ਲੈ ਲਓ, ਕਿ ਗੁਰੂ ਨਾਨਕ ਦੇਵ ਜੀ ਲੈ ਲਓ, ਉਹਨਾਂ ਨੇ ਵੀ ਸ੍ਰਿਸ਼ਟੀ ਦੇ 2 ਬੱਚਿਆਂ ਨੂੰ ਜਨਮ ਦਿੱਤਾ। ਜੀ ਜੀ, ਠੀਕ ਹੈ ਜੀ। ਤੇ ਬੁਰੇ ਤੋਂ ਬੁਰਾ ਲੈ ਲਓ, ਜਾਨੀ ਅੰਤਕਵਾਦੀ ਲੈ ਲਓ, ਉਹ ਵੀ ਲੋਕਾਂ ਦੀਆਂ ਧੀਆਂ ਨੂੰ ਚੁੱਕ ਕੇ ਜੀ ਜੀ ਬੱਚੇ ਪੈਦਾ ਕਰ ਦਿੰਦੇ ਆ। ਜੀ ਜੀ, ਚੰਗਿਆਈਆਂ ਬੁਰੀਆਈਆਂ ਬਾਚੇ ਧਰਮ ਹਦੂਰ। ਕਿ ਕੋਈ ਵੀ ਇਸ ਕੰਮ ਨੂੰ ਕਰਨ ਤੋਂ ਪਿੱਛੇ ਨਹੀਂ ਹਟਦਾ। ਹਦੂਰ ਦਾ ਮਤਲਬ ਹੁੰਦਾ ਦੂਰ ਨਹੀਂ ਹਟਦਾ। ਜੀ ਜੀ, ਤੇ ਹੁਣ ਕਹਿੰਦੇ ਉਹ ਅੱਗੋਂ ਸਾਨੂੰ ਕਹਿੰਦੇ ਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੀ ਜੀ, ਕਿ ਜੇ ਦੁਨੀਆ ਤੇ ਆਏ ਅਸੀਂ ਤੁਸੀਂ ਪ੍ਰਾਣੀ। ਜੀ, ਜੇ ਪੜੋਸੀ ਕੋਲੋਂ ਮੰਗੀ ਹੋਈ ਚੀਜ਼ ਮਿਲਦੀ ਆ ਸਾਨੂੰ ਤਾਂ ਅਸੀਂ ਕਹਿ ਦਿੰਦੇ ਪੜੋਸੀ ਚੰਗਾ। ਜੀ ਜੀ,
ਜੇ ਸਾਨੂੰ ਪੜੋਸੀ ਤੋਂ ਮੰਗੀ ਚੀਜ਼ ਨਹੀਂ ਮਿਲਦੀ ਤਾਂ ਅਸੀਂ ਕਹਿੰਦੇ ਪੜੋਸੀ ਨਹੀਂ ਚੰਗਾ। ਜੀ ਜੀ। ਇੱਕ ਮਤਲਬ ਨਾ ਨੇੜਤਾ, ਮਤਲਬ ਨਾ ਦੂਰੀ ਜੀ। ਕਿ ਮਤਲਬ ਨਾ ਨੇੜਤਾ, ਮਤਲਬ ਨਾ ਦੂਰੀ। ਜੀ ਜੀ। ਹਾਂਜੀ, ਕੇ ਨੇੜੇ ਕੇ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹਾਂ, ਕਰਮ ਆਪਣੇ ਆਪਣੇ ਆ। ਜੀ ਜੀ। ਕਿ ਜੇ ਅਗਲਾ ਵਧੀਆ ਤੁਹਾਡੇ ਲਈ ਹੈਗਾ ਤਾਂ ਤੁਹਾਨੂੰ ਚੰਗਾ ਲੱਗਦਾ। ਜੀ ਜੀ। ਜੇ ਜੇ ਤੁਹਾਡੇ ਲਈ ਉਹਦੇ ਕੋਈ ਕੰਮ ਤੁਹਾਨੂੰ ਪਸੰਦ ਨਹੀਂ ਹੈਗੇ ਤਾਂ ਫਿਰ ਤੁਸੀਂ ਉਹਦੇ ਨੇੜੇ ਨਹੀਂ ਲੱਗਦੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤਾਂ ਅਸੀਂ ਮਤਲਬ ਨਾ ਨੇੜਤਾ ਤੇ ਦੂਰੀ ਬਣਾਈ ਰੱਖਦੇ ਹਾਂ। ਜੀ ਜੀ। ਪਰਿਵਾਰਾਂ ਵਿੱਚ ਵੀ ਇਦਾਂ ਹੀ ਆ, ਜੇ ਭਰਾ ਪੈਸੇ ਦਿੰਦਾ ਤੇ ਭਰਾ ਨਾਲ ਨੇੜਤਾ, ਜੇ ਭਰਾ ਪੈਸੇ ਨਹੀਂ ਦਿੰਦਾ ਭਰਾ ਨਾਲ ਕੋਈ ਨੇੜਤਾ ਨਹੀਂ। ਜੀ ਜੀ। ਠੀਕ ਹੈ ਨਾ, ਕਿਤੇ ਨਾ ਨੇੜੇ ਕਿਤੇ ਨਾ ਦੂਰੀ। ਜੀ ਜੀ। ਅੱਗੇ ਆ ਕੇ ਉਹ ਤੁਲਨਾ ਕਰ ਦਿੰਦੇ ਦੋ ਰੂਹਾਂ ਦੀ, ਇੱਕ ਪਰਮਾਤਮਾ ਨਾਰਾਇਣ ਨੂੰ ਮੰਨਣ ਵਾਲੀ ਦੀ ਜੀ, ਤੇ ਦੂਸਰੀ ਜਿਹੜੀ ਸੰਸਾਰ ਦੇ ਵਿੱਚ ਵਿਚਰੀ ਹੋਈ ਹੈ, ਜਿਹੜੀ ਨਾਰਾਇਣ ਭੁੱਲੀ ਹੋਈ ਹੈ। ਜੀ ਜੀ। ਤੇ ਕਹਿੰਦੇ ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ। ਮੁਸ਼ੱਕਤ ਦਾ ਮਤਲਬ ਹੁੰਦਾ ਸ਼ਕਤੀ ਦਾ ਮੂੰਹ। ਜੀ ਜੀ। ਇੱਥੇ ਮੈਨੂੰ ਨਹੀਂ ਅੱਜ ਤੱਕ ਕਿਸੇ ਵੀ, ਮੈਂ ਜਾਣੀ ਕਿ ਬਹੁਤ ਮੇਰੀ ਪਿਆਸ ਹੁੰਦੀ ਹੈ ਕਿ ਮੈਨੂੰ ਕੁਝ ਚੰਗਾ ਸੁਣਨ ਨੂੰ ਮਿਲੇ ਔਰ ਅਸੀਂ ਪ੍ਰਚਾਰ ਵੀ ਸੁਣੀਦਾ, ਬਾਣੀ ਵੀ ਪੜ੍ਹੀ ਦੀ। ਜੀ ਜੀ। ਪਰ ਪਰਮਾਤਮਾ ਨੇ ਆਪ ਹੀ ਇਹ ਚਾਨਣਾ ਜਿਹੜਾ ਸਾਡੇ ਉੱਤੇ ਪਾ ਕੇ ਆਪਣੀ ਸਮਝ ਆਪ ਦੇ ਕੇ ਉਹ ਸਾਰਾ ਕੁਝ ਉਹਨਾਂ ਨੇ ਸਾਡੇ ਕੋਲੋਂ ਮੂੰਹ ਥਾਣੀ ਕਹਾਇਆ। ਜੀ। ਕਿਉਂਕਿ ਅਸੀਂ ਪਹਿਲਾਂ ਕੁਝ ਨਹੀਂ ਸੀ ਜਾਣਦੇ, ਜਿਹਦੇ ਤੇ ਉਹ ਆਪ ਕਿਰਪਾ ਕਰਦਾ ਉਹੀ ਕੋਈ ਬੋਲ ਸਕਦਾ। ਜੀ ਜੀ। ਠੀਕ ਹੈ ਜੀ। ਤੇ ਹੁਣ ਉਹ ਸ਼ਕਤੀ ਦੇ ਮੂੰਹ ਵਿੱਚ ਘਾਲ ਮਤਲਬ ਘੁਲ ਗਏ। ਜੀ। ਕਿਉਂਕਿ ਜੀਭ ਤੋਂ ਟੁੱਟੇ ਸੀਗੇ, ਜੀਭ ਤੋਂ ਥੁੱਕ ਦੇ ਉੱਤੇ ਥੁੱਕ ਕਰਕੇ ਉਹ ਜਦੋਂ ਅਸੀਂ ਮਰ ਜਾਂਦੇ ਆ, ਸਾਡਾ ਥੁੱਕ ਕੱਢ ਕੇ ਲੈ ਜਾਂਦੇ ਆ ਔਰ ਥੁੱਕ ਨੂੰ ਉਹ ਨਾਰਾਇਣ ਪਾਤਸ਼ਾਹ ਮੁੜ ਕੇ ਆਪਣੇ ਜੀਵ ਤੇ ਰੱਖਦੇ ਆ। ਕੰਠ ਲਾਏ ਅਬ ਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਉਹ ਮੁੜ ਕੇ ਟੁੱਟੀ ਹੋਈ ਆਤਮਾ ਨੂੰ, ਜਿਹੜੀ ਨਾਥ ਤੋਂ ਟੁੱਟ ਕੇ ਅਨਾਥ ਹੋਈ ਸੀ, ਜੀ, ਉਹ ਅਨਾਥ ਆਤਮਾ ਟੁੱਟੀ ਹੋਈ ਜਦੋਂ ਨਾਰਾਇਣ ਜਪ ਕੇ ਜਾਂਦੀ, ਫਿਰ ਉਹਦੇ ਉਹ ਕਰਮ ਨਹੀਂ ਦੇਖੇ ਜਾਂਦੇ ਕਿ ਉਹਨੇ ਕੀ ਕੀਤੇ। ਜੀ ਜੀ। ਫਿਰ ਉਹ ਥੁੱਕ ਨੂੰ ਆਪਣੇ ਥੁੱਕ ਤੇ ਰੱਖ ਕੇ ਆਪਣੇ ਪ੍ਰਕਾਸ਼ ਵਿੱਚ ਲੀਨ ਕਰ ਲੈਂਦੇ ਆ। ਜੀ ਜੀ। ਤੇ ਉਹਦੇ ਵਿੱਚ ਜਿਹੜੀ ਪਰਮਾਤਮਾ ਦੁਨਿਆਵੀ ਆ ਤੇ ਉਹ ਦੁਨਿਆਵੀ ਆਤਮਾ ਦਾ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਖੋਜਲੇ ਕੀਤੀ ਛੁੱਟੀ ਨਾਲ। ਜਿਹੜੇ ਨੇ ਨਾਰਾਇਣ ਜਪਿਆ ਸੀ ਉਹਦੀ 84 ਲੱਖ ਜੂਨਾਂ ਤੋਂ ਛੁੱਟੀ ਹੋ ਗਈ। ਜੀ ਜੀ। ਪਰ ਜਿਹੜਾ ਧਰਤੀ ਦੇ ਉੱਤੇ ਜੀਵ ਆ ਉਹਦੀ ਫਿਰ ਉਹੀ ਭੁੱਖ ਪਿਆਸ ਆ, ਅਗਲੇ ਦਿਨ ਫਿਰ ਮੈਨੂੰ ਇੱਕ ਸਾਥ ਸਾਜੋ ਸਮਾਨ ਚਾਹੀਦਾ। ਜੀ ਜੀ। ਅਗਲੇ ਦਿਨ ਫਿਰ ਮੈਨੂੰ ਬਹੁਤ ਸਾਰੀਆਂ ਭੁੱਖਾਂ ਪਿਆਸਾਂ 'ਚ ਹੀ ਉਹ ਸਾਰੀ ਜ਼ਿੰਦਗੀ ਕਲਪਦੀ ਰਹਿ ਜਾਂਦੀ ਹੈ। ਜੀ ਜੀ। ਇੱਥੇ ਲਾਸਟ ਵਾਲੀ ਪੰਕਤੀ 'ਚ ਉਹਨਾਂ ਨੇ ਇੱਕ ਆਤਮਾ ਤੇ ਪਰਮਾਤਮਾ ਨੂੰ ਮੰਨਣ ਵਾਲੀ ਦੀ ਤੁਲਨਾ ਕੀਤੀ ਆ ਕਿ ਜਿਹੜਾ ਰੂਹਾਨੀ ਜੀਵ ਆ ਉਹ ਰੂਹ ਜਿਹੜਾ ਲੈ ਕੇ ਨਾਰਾਇਣ ਵਿੱਚ ਲੀਨ ਹੋ ਜਾਂਦਾ ਤੇ ਦੁਨਿਆਵੀ ਤੇ ਦੁਨੀਆ 'ਚ ਹੀ ਭਟਕਦਾ ਰਹਿੰਦਾ। ਜੀ ਜੀ। ਹਾਂਜੀ। ਸੋ ਦੋਸਤੋ, ਮੈਨੂੰ ਯਕੀਨ ਹੈ ਕਿ ਤਹਿਲਕਾ ਪੰਜਾਬ ਦੇ ਜਿਹੜੇ ਦਰਸ਼ਕਾਂ ਨੇ ਅਪੀਲ ਕੀਤੀ ਸੀਗੀ ਕਿ ਨਾਰਾਇਣ ਸ਼ਬਦ ਦੀ ਪਰਿਭਾਸ਼ਾ ਥੋੜੀ ਹੋਰ ਵਿਆਖਿਆ ਦੇ ਤੌਰ ਤੇ ਸਮਝਾਈ ਜਾਵੇ। ਮੈਨੂੰ ਯਕੀਨ ਹੈ ਕਿ ਉਹਨਾਂ ਦੀ ਜਿਹੜੀ ਮਨ ਦੀ ਜਿਹੜੀ ਸੰਤੁਸ਼ਟੀ ਆ ਅੱਜ ਫਿਰ ਇੱਕ ਵਾਰ ਜ਼ਰੂਰ ਹੋਈ ਹੋਵੇਗੀ ਇਹਨਾਂ ਸ਼ਬਦਾਂ ਤੇ ਉਹਨਾਂ ਦੀ ਵਿਆਖਿਆ ਸੁਣ ਕੇ। ਸੋ ਦੋਸਤੋ, ਅਗਲੀ ਅਪਡੇਟ ਸਾਡੇ ਕੋਲ ਆ ਰਹੀ ਹੈ ਤੀਜੀ ਕਿ ਕਰੋਨਾ ਪੋਜ਼ਿਟਿਵ ਇੱਕ ਮਰੀਜ਼ ਮਲੇਰਕੋਟਲੇ ਤੋਂ ਇਹ ਪ੍ਰਸ਼ਾਸਨ ਤੇ ਸਵਾਲ ਖੜਾ ਕਰ ਰਿਹਾ ਕਿ ਉਸਨੂੰ ਕੁਆਰੰਟਾਈਨ ਸੈਂਟਰ ਵਿੱਚ ਜਿਹੜਾ ਖਾਣਾ ਜਿਹੜਾ ਮੁਹੱਈਆ ਕਰਵਾਇਆ ਜਾ ਰਿਹਾ ਉਹ ਮਤਲਬ ਕਿ ਖਾਣਯੋਗ ਨਹੀਂ ਹੈਗਾ। ਹਾਂਜੀ, ਇਹ ਤਾਂ ਮੈਂ ਤੁਹਾਨੂੰ ਪਿਛਲੇ ਦਿਨੀ ਵੀ ਅਸੀਂ ਦੱਸਿਆ ਸੀਗਾ ਕਿ ਉਹਨਾਂ ਨੂੰ ਜਿਹੜੇ ਪੋਜ਼ਿਟਿਵ ਮਰੀਜ਼ ਹਸਪੀਟਲਾਂ ਵਿੱਚ ਬਿਠਾਏ ਹੋਏ ਆ, ਉਹਨਾਂ ਨੂੰ ਜਾਣੀ ਕਿ ਭੁੱਖ ਨੇ ਮਾਰ ਦੇਣਾ। ਜੀ ਜੀ। ਉਹਨਾਂ ਵੱਲ ਕੋਈ ਖਿਆਲ ਨਹੀਂ ਕੀਤਾ ਜਾਂਦਾ। ਜਿਹੜਾ ਉਹਨਾਂ ਨੂੰ ਖਾਣਾ ਦਿੰਦੇ ਉਹ ਖਾਣਾ ਵੀ ਖਾਣ ਯੋਗ। ਹੁਣ ਇੱਕ ਪਾਸੇ ਸ਼ਿਕਾਇਤਾਂ ਆ ਰਹੀਆਂ ਕਿ ਕਿਤੇ ਨਾ ਕਿਤੇ ਕੁਆਰੰਟਾਈਨ ਸੈਂਟਰਾਂ ਵਿੱਚ ਪ੍ਰਸ਼ਾਸਨ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਆ। ਦੂਸਰੇ ਪਾਸੇ ਸਰਕਾਰ ਦੀਆਂ ਅਪੀਲਾਂ ਦੀਆਂ ਲੋਕੀ ਧੱਜੀਆਂ ਵੀ ਉਡਾ ਰਹੇ ਕਿ ਸਰਕਾਰ ਕਹਿ ਰਹੀ ਕਿ ਸੜਕ ਤੇ ਜਾਣਾ ਤੇ ਮਾਸਕ ਪਾ ਕੇ ਜਾਣਾ, ਸੋਸ਼ਲ ਡਿਸਟੈਂਸਿੰਗ ਰੱਖਣੀ ਆ। ਹੁਣ ਮਲੇਰਕੋਟਲਾ ਜਾਂ ਆਪਣਾ ਫਗਵਾੜਾ ਸ਼ਹਿਰ 'ਚ ਵੀ ਅੱਜ SHO ਓਂਕਾਰ ਸਿੰਘ ਬਰਾੜ ਵੱਲੋਂ ਇਹ ਨਿੰਮਾ ਦੇ ਚੌਂਕ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਮਤਲਬ ਕਿ ਜਿਹੜੇ ਬਿਨਾਂ ਮਾਸਕ ਤੋਂ ਜਿਹੜੀ ਪਬਲਿਕ ਘੁੰਮ ਰਹੀ ਸੀ ਉਹਨਾਂ ਨੇ ਚਲਾਨ ਕੱਟੇ। ਹਾਂਜੀ, ਉਹ ਚਲੋ ਤਾਂ ਇੱਕ ਦੇਸ਼ ਦੇ ਜਿਹੜੇ ਕਾਮੇ ਹੈਗੇ ਆ, ਸਾਡੇ ਮੁਲਾਜ਼ਮ ਆ ਜੀ ਜੀ, ਤੇ ਉਹਨਾਂ ਨੂੰ ਸਰਕਾਰਾਂ ਦੇ ਆਰਡਰ ਆ ਉਹ ਤੇ ਉਹਨਾਂ ਤੇ ਖਰੇ ਉਤਰਨਾ ਹੀ ਆ। ਪਰ ਜੇ ਉਹ ਇਦਾਂ ਕੱਟਣਾ ਤਾਂ ਫਿਰ ਅਸੀਂ ਮਾਸਕ ਪਾਣਾ ਹੀ ਛੱਡ ਦੇਣਾ, ਕਿਉਂਕਿ ਅੱਗੇ ਤਾਂ ਕਿੰਨੇ ਮਰੀਜ਼ ਵੱਧ ਗਏ, ਰੋਜ਼ ਕਿੰਨੇ ਮਰੀਜ਼ ਵੱਧ ਰਹੇ ਆ। ਜੀ ਜੀ। ਤੇ ਚਲੋ ਉਹ ਜੇ ਚਲਾਨ ਕੱਟਦੇ ਆ ਤੇ ਉਹ ਇੱਕ
ਚੰਗਾ ਹੀ ਕੰਮ ਕਰ ਰਹੇ ਆ ਕਿਉਂਕਿ ਸਾਨੂੰ ਇੱਕ ਸਿਖਾਉਣ ਵਾਸਤੇ ਹੀ ਆ ਉਹ ਇੱਕ ਉਹਨਾਂ ਉਪਰਾਲਾ ਕੀਤਾ ਹੋਇਆ। ਜੀ ਤੇ ਦੋਸਤੋ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਹਰਿਆਣਾ ਦੇ ਵਿੱਚ 2 ਜ਼ਿਲ੍ਹੇ ਜਿਹੜੇ ਆ 8 ਤਰੀਕ ਤੋਂ ਬਾਅਦ ਪੂਰਨ ਤੌਰ ਤੇ ਬੰਦ ਹੀ ਰਹਿਣਗੇ ਕਿਉਂਕਿ ਤੇਜੀ ਜੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਰੋਨਾ ਪੋਜ਼ਿਟਿਵ ਮਰੀਜ਼ ਆ ਕਾਫੀ ਮਾਤਰਾ ਵਿੱਚ ਅੱਗੇ ਜਿਹੜੇ ਵੱਧ ਕੇ ਆਏ ਨੇ ਤੇ ਉਹਨਾਂ 2 ਜ਼ਿਲ੍ਹਿਆਂ ਨੂੰ ਛੱਡ ਕੇ ਹਰਿਆਣਾ ਦੇ ਵਿੱਚ ਜਿਹੜੇ ਬਾਕੀ ਜ਼ਿਲ੍ਹੇ ਨੇ ਉਹਨਾਂ ਵਿੱਚ 8 ਤਰੀਕ ਤੋਂ ਬਾਅਦ ਮਾਲ ਰੈਸਟੋਰੈਂਟ ਜਾਂ ਬਾਕੀ ਜਿੱਦਾਂ ਅੱਗੇ ਦੁਕਾਨਾਂ ਖੋਲ੍ਹਦੀਆਂ ਸੀ ਉਹ ਖੁੱਲ੍ਹ ਸਕਣਗੀਆਂ ਤੇ ਬਾਕੀ ਜਿਹੜੇ 2 ਜ਼ਿਲ੍ਹੇ ਆ ਉਹਨਾਂ ਨੂੰ ਜਿਸ ਤਰ੍ਹਾਂ ਕਿ ਗੁੜਗਾਮ ਹੋ ਗਿਆ, ਫਰੀਦਾਬਾਦ ਹੋ ਗਿਆ, ਇਹ 2 ਜ਼ਿਲ੍ਹੇ ਜਿਹੜੇ ਆ ਜਿਨ੍ਹਾਂ ਨੂੰ ਅਜੇ ਖੋਲ੍ਹਣ ਤੋਂ ਮਨਾਹੀ ਜਿਹੜੀ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ ਆ। ਤੇ ਦੋਸਤੋ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਕਰੋਨਾ ਦੀ ਅਪਡੇਟ ਲੈ ਕੇ ਤੁਹਾਡੇ ਨਾਲ ਮੈਨੂੰ ਯਕੀਨ ਹੈ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਤੇ ਮੈਨੂੰ ਯਕੀਨ ਹੈ ਕਿ ਜਿਹੜਾ ਨਾਰਾਇਣ ਸ਼ਬਦ ਦੀ ਪਰਿਭਾਸ਼ਾ ਦੀ ਦਰਸ਼ਕਾਂ ਨੇ ਇਹ ਮੰਗ ਰੱਖੀ ਸੀ ਉਹਨਾਂ ਦੇ ਮਨ ਦੀ ਵੀ ਜਿਹੜੀ ਸੰਤੁਸ਼ਟੀ ਤੇਜੀ ਜ਼ਰੂਰ ਹੋਈ ਹੋਵੇਗੀ। ਤੇ ਇੱਕ ਹੋਰ ਆ ਕਿ ਇਹ ਤੇਜੀ ਅੱਜ ਪੂਰੇ ਦਿਨ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜਾਂ ਹੋਰ ਪੂਰੇ ਦੇਸ਼ ਦੇ ਵਿੱਚ ਜਾਂ ਦੇਸ਼ ਤੋਂ ਬਾਹਰ ਵਿਦੇਸ਼ ਦੇ ਵਿੱਚ ਵੀ ਵੱਖ-ਵੱਖ ਜਗ੍ਹਾ ਤੇ ਜਿਹੜਾ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਆ ਉਹ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹਾਂ ਗੁਰੂ ਮਰਿਆਦਾ ਅਨੁਸਾਰ ਬੜਾ ਤਰੀਕੇ ਨਾਲ ਜਾਣੀ ਕਿ ਸ਼ਾਂਤੀਪੂਰਵਕ ਜਿਹੜਾ ਮਨਾਇਆ ਗਿਆ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਹਾਂਜੀ ਵਧੀਆ ਹੋਇਆ ਕਿਉਂਕਿ ਉਹ ਜੇ ਆਪਾਂ ਥੋੜਾ ਆਪਣਾ ਖਿਆਲ ਰੱਖ ਕੇ ਕੋਈ ਵੀ ਕੰਮ ਕਾਰੋਬਾਰ ਕਰਦੇ ਆ ਤਾਂ ਉਹਦਾ ਵਧੀਆ ਰਹੂਗਾ ਕਿਉਂਕਿ ਸੰਗਤਾਂ ਨੂੰ ਆਪ ਹੀ ਚਾਹੀਦਾ ਕਿ ਉਹ ਆਪਣਾ ਖਿਆਲ ਆਪ ਰੱਖਣ। ਤੇ ਠੀਕ ਹੈ ਜੇ ਗੁਰੂ ਮਹਾਰਾਜ ਦਾ ਆਪਾਂ ਦਿਹਾੜਾ ਮਨਾਉਂਦੇ ਆ ਤੇ ਉਹਨਾਂ ਦੀਆਂ ਜੇ ਆਪਾਂ ਬਰਕਤਾਂ ਸਾਨੂੰ ਚਾਹੀਦੀਆਂ ਤੇ ਸਾਡੀ ਤੰਦਰੁਸਤੀ ਵੀ ਚਾਹੀਦੀ ਆ ਫਿਰ ਹੀ ਸਾਨੂੰ ਵੀ ਬਰਕਤ ਜਿਹੜੀ ਪਹੁੰਚਦੀ ਆ ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਤੇ ਸਤਿਗੁਰੂਆਂ ਦਾ ਨਾਮ ਵੀ ਜਪੋ ਕਿਉਂਕਿ ਪਰਮਾਤਮਾ ਦੇ ਨਾਂ ਨਾਲ ਹੀ ਅਸੀਂ ਬਰਕਰਾਰ ਆ ਜੱਗ ਦੇ ਉੱਤੇ। ਸੋ ਦੋਸਤੋ ਚਲੋ ਇਹ ਤਾਂ ਹੋ ਗਈ ਸਾਡੇ ਅੱਜ ਦੇ ਪੂਰੇ ਦਿਨ ਦਾ ਜੋ ਹਾਲ ਸੀਗਾ ਜੋ ਸਾਡੇ ਪਰਮਾਤਮਾ ਦਾ ਸ਼ੁਭ ਦਿਹਾੜਾ ਜਿਹਨੂੰ ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਰਹਿ ਕੇ ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਹੁਣ ਸਮਾਂ ਹੋ ਚੱਲਿਆ ਤੁਹਾਡੇ ਤੋਂ ਵਿਦਾ ਲੈਣ ਦਾ ਪਰ ਉਸ ਤੋਂ ਪਹਿਲਾਂ ਆਪਾਂ ਤੇਜੀ ਜੀ ਹੁਣਾਂ ਕੋ ਆਪਣੇ ਦੇਸ਼ ਦੀਆਂ ਸੰਗਤਾਂ ਜਾਂ ਆਪਣੇ ਦਰਸ਼ਕਾਂ ਵਾਸਤੇ ਅੱਜ ਦੇ ਸ਼ੁਭ ਦਿਹਾੜੇ ਦੇ ਸੰਦੇਸ਼ ਜ਼ਰੂਰ ਲੈਣਾ ਚਾਹਾਂਗੇ। ਹਾਂਜੀ ਅੱਜ ਦਾ ਸਾਡਾ ਸੰਦੇਸ਼ ਹੈ ਵੀ ਆਪਣਾ ਖਿਆਲ ਰੱਖੋ ਚੇਤਾ ਨਾ ਭੁਲਾਓ ਬਾਹਰ ਜਾਣ ਲੱਗੇ ਕਿ ਅਸੀਂ ਮਾਸਕ ਨਹੀਂ ਪਾਉਣਾ ਤੇ ਸਾਡਾ ਮਾਸਕ ਘਰ ਰਹਿ ਗਿਆ ਵੀ 500 ਰੁਪਇਆ ਤੁਸੀਂ ਚਲਾਨ ਨਾ ਕਟਾਓ ਕਿਉਂਕਿ ਪਹਿਲਾਂ ਹੀ ਬਹੁਤ ਆਰਥਿਕ ਤੰਗੀ ਚੱਲਦੀ ਪਈ ਆ ਸਾਰਿਆਂ ਪਰਿਵਾਰਾਂ ਦੀ ਤੇ 500 ਰੁਪਇਆ ਉੱਥੇ ਦੇ ਕੇ ਆਉਂਗੇ ਤੇ ਉਹਦੇ ਨਾਲੋਂ ਚੰਗਾ ਤੁਸੀਂ ਆਪਣਾ ਖਿਆਲ ਰੱਖੋ ਜਾਣ ਲੱਗੇ ਆਪਣਾ ਸਮਾਨ ਘਰੋਂ ਲੈ ਕੇ ਜਾਓ ਤੇ ਦੂਜਿਆਂ ਦਾ ਵੀ ਖਿਆਲ ਰੱਖੋ ਜੇ ਕੋਈ ਗਵਾਂਢ ਦਾ ਵੀ ਕੋਈ ਬਿਨਾਂ ਮਾਸਕ ਤੋਂ ਜਾਂਦਾ ਤਾਂ ਉਹਨੂੰ ਵੀ ਤੁਸੀਂ ਕਹੋ ਕਿ ਜੇ ਮਾਸਕ ਪਾ ਕੇ ਜਾਓ। ਸੋ ਦੋਸਤੋ ਇਹ ਤੇਜੀ ਜੀ ਹੁਣਾਂ ਦਾ ਇੱਕ ਸੰਦੇਸ਼ ਮੈਂ ਥੋੜਾ ਬਰੀਫਲੀ ਤੁਹਾਨੂੰ ਸਮਝਾ ਦਿੰਦਾ ਕਿ ਕਹਿਣ ਦਾ ਮਤਲਬ ਕਿ ਤੇਜੀ ਜੀ ਕਹਿਣਾ ਚਾਹੁੰਦੇ ਨੇ ਕਿ ਘਰੋਂ ਬਾਹਰ ਕਿਤੇ ਵੀ ਜਾਂਦੇ ਹੋ ਮਾਸਕ ਪਾ ਕੇ ਜਾਓ ਸੋਸ਼ਲ ਡਿਸਟੈਂਸਿੰਗ ਦੀ ਜਿਹੜੀ ਪਾਲਣਾ ਕਰੋ। ਇਹ ਕਾਰੋਬਾਰ ਆਪਣਾ ਕੋਈ ਵੀ ਛੋਟਾ ਮੋਟਾ ਕਰਦੇ ਹੋ ਜਾਂ ਘਰਾਂ 'ਚ ਰਹਿੰਦੇ ਹੋ ਜਾਂ ਬਾਹਰ ਕੋਈ ਵੀ ਸਮਾਨ ਲੈਣ ਜਾਂਦੇ ਤਾਂ ਬਾਰ-ਬਾਰ ਆਪਣੇ ਹੱਥ ਜਿਹੜੇ ਆ ਉਹ ਜ਼ਰੂਰ ਧੋਵੋ ਤਾਂ ਜੋ ਇਸ ਜਿਹੜੀ ਭਿਆਨਕ ਬਿਮਾਰੀ ਤੋਂ ਆਪ ਖੁਦ ਅਸੀਂ ਬਚ ਸਕੀਏ ਤੇ ਦੂਸਰਿਆਂ ਨੂੰ ਵੀ ਬਚਣ ਦੀ ਜਿਹੜੀ ਆਪਾਂ ਹਦਾਇਤ ਦੇ ਸਕੀਏ। ਤੇ ਦੋਸਤੋ ਇਹ ਹੁਣ ਸਮਾਂ ਚੱਲਿਆ ਤੁਹਾਡੇ ਤੋਂ ਵਿਦਾ ਲੈਣ ਦਾ। ਤੇਜੀ ਜੀ ਅੱਜ ਤਹਿਲਕਾ ਪੰਜਾਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਫਿਰ ਤੋਂ ਇੱਕ ਵਾਰ ਸਵਾਗਤ ਤੇ ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ ਕੱਲ ਨੂੰ ਫਿਰ ਤੁਹਾਡੇ ਨਾਲ ਪੂਰੇ ਦੇਸ਼ ਤੇ ਪੂਰੀ ਦੁਨੀਆ ਦਾ ਹਾਲ ਲੈ ਕੇ ਰੂਬਰੂ ਹੋਵਾਂਗੇ ਤੇ ਮੈਂ ਜਾਂਦਾ ਹੋਇਆ ਫਿਰ ਆਖਰੀ ਵਾਰ ਆਪਣੇ ਤਹਿਲਕਾ ਪੰਜਾਬ ਦੀ ਟੀਮ ਵੱਲੋਂ ਅੱਜ ਇਹ 6 ਜੂਨ 1984 ਘੱਲੂਘਾਰੇ ਦਿਵਸ ਦੀ 36ਵੇਂ ਵਰ੍ਹੇਗੰਢ ਦੀ ਜਿਹੜੀ ਬਰਸੀ ਤੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜਾ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਆਪਣੇ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ 'ਚ ਬੈਠੀਆਂ ਸੰਗਤਾਂ ਨੂੰ ਤੇ ਜੀ ਆਪਾਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਤੇ ਵਧਾਈਆਂ ਦਿੰਦੇ ਕਿ ਪ੍ਰਕਾਸ਼ ਪੁਰਬ ਆਪਣੇ ਘਰਾਂ ਵਿੱਚ ਰਹਿ ਕੇ ਹੀ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰੀਏ। ਸੋ ਦੋਸਤੋ ਇਹਨਾਂ ਸ਼ਬਦਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।